ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਇਸ ਲਈ ਭਗਤੀ ਮਾਰਗ ਕਰਮ ਯੋਗ ਅਤੇ ਗਿਆਨ ਮਾਰਗ ਤੋਂ ਵੱਧ ਕੇ ਹੈ, ਕਿਉਂਕਿ ਇਸ ਵਿੱਚ ਡਿੱਗਣ ਦਾ ਇੰਨਾ ਡਰ ਨਹੀਂ ਜਿੰਨਾ ਕਿ ਦੂਜਿਆਂ ਵਿੱਚ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਮਾਰਗ ਦੇ ਸਾਧਕ ਨੂੰ ਭਗਵਾਨ ਤੋਂ ਪੂਰੀ ਸਹਾਇਤਾ ਮਿਲਦੀ ਹੈ। ਉਸ ਦੇ ਯੋਗ ਖੇਮ ਦਾ ਜਿੰਮਾ ਭਗਵਾਨ ਆਪਣੇ ਉੱਪਰ ਲੈ ਲੈਂਦੇ ਹਨ। ਯੋਗ ਕਰਨਾ ਤੇ ਇਹਦੀ ਪ੍ਰੇਮੀ ਦੀ ਡਿਊਟੀ ਹੈ, ਖੇਮ ਉਹਦੀ ਰੱਖਿਆ ਭਗਵਾਨ ਕਰਦੇ ਆ। ਤੁਲਸੀਦਾਸ ਜੀ ਕਹਿੰਦੇ ਹਨ ਕਿ ਭਗਤੀ ਨੂੰ ਛੱਡ ਕੇ ਜੋ ਦੂਸਰੇ ਸਾਧਨ ਕਰਦੇ ਹਨ, ਉਹ ਕਾਮ ਧਨ ਛੱਡ ਕੇ ਅੱਕ ਦਾ ਦੁੱਧ ਕੱਢਣ ਦੀ ਤਲਾਸ਼ ਕਰਦੇ ਹਨ, ਜਾਂ ਬਿਨਾਂ ਜਹਾਜ਼ ਦੇ ਸਮੁੰਦਰ ਨੂੰ ਪਾਰ ਕਰਨਾ ਚਾਹੁੰਦੇ ਹਨ। ਜਪ ਤਪ ਅਤੇ ਯੋਗ ਆਦਿਕ ਨਾਲ ਇੰਨਾ ਕੰਮ ਨਹੀਂ ਬਣਦਾ ਜਿੰਨਾ ਖਾਲਸ ਸ਼ੁੱਧ ਪ੍ਰੇਮ ਨਾਲ। ਇਸ ਲਈ ਭਗਵਤ ਪ੍ਰੇਮ ਤੋਂ ਵੱਧ ਕੇ ਹੋਰ ਕੋਈ ਭਜਨ ਪੂਜਾ ਨਹੀਂ ਹੈ, ਕਿਉਂਕਿ ਇਹ ਆਪਣੇ ਆਪ ਵਿੱਚ ਫਲ ਰੂਪਾ ਜਾਂ ਸਿੱਧੀ ਰੂਪਾ ਹੈ, ਨਾ ਕਿ ਉਦੇਸ਼ ਪ੍ਰਾਪਤੀ ਦਾ ਸਾਧਨ। ਪ੍ਰੇਮ ਰੂਪਾ ਭਗਤੀ ਤਾਂ ਖੁਦ ਫਲ ਰੂਪਾ ਹੈ, ਕਿਉਂਕਿ ਭਗਵਾਨ ਦਾ ਅਸਲੀ ਸਰੂਪ ਪ੍ਰੇਮ ਹੀ ਹੈ। ਅਤੇ ਮਹਾਰਾਜ ਵੀ ਕਹਿੰਦੇ, ਜਿਨ ਪ੍ਰੇਮ ਕਿਉ ਤਨਹੀ ਪ੍ਰਭ ਪਾਇਓ। ਜਿੰਨਾ ਵੱਧ ਪ੍ਰੇਮ ਉਨਾ ਹੀ ਸਾਖਿਆਤ ਅਨੁਭਵ ਕਰਮ ਗਿਆਨ ਯੋਗ ਆਦਿ ਭਗਵਾਨ ਦੀ ਪ੍ਰਾਪਤੀ ਮਿਲਾਪ ਦੇ ਸਾਧਨ ਹਨ। ਪਰ ਭਗਤੀ ਨੂੰ ਕਿਸੇ ਹੋਰ ਸਾਧਨ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਇਹ ਸੁਤੰਤਰ ਮਾਰਗ ਹੈ ਅਤੇ ਆਪਣੇ ਆਪ ਵਿੱਚ ਹੀ ਫਲ ਰੂਪਾ ਹੈ। ਜਿਸ ਭਗਤੀ ਨੂੰ ਗਿਆਨ ਪ੍ਰਾਪਤੀ ਖਿਆਲ ਕੀਤਾ ਜਾਂਦਾ ਹੈ, ਉਹ ਪ੍ਰੇਮਾ ਭਗਤੀ ਨਹੀਂ ਸਗੋਂ ਉਪਾਸ਼ਨਾ ਹੈ, ਜੋ ਜੇ ਮਨ ਦੀ ਚੰਚਲਤਾ ਵਿਖੇਪ ਦੂਰ ਕਰਨ ਲਈ ਕੀਤੀ ਜਾਂਦੀ ਹੈ। ਪ੍ਰੇਮ ਰੂਪਾ ਭਗਤੀ ਦਾ ਕਰਮ ਗਿਆਨ ਯੋਗ ਆਦਿ ਸਭ ਸਾਧਨਾ ਦਾ ਆਖਰੀ ਅੰਤਮ ਫਲ ਹੈ। ਪਰ ਕੇਵਲ ਬੁੱਧੀ ਦਾ ਸਹਾਰਾ ਲੈਣ ਵਾਲੇ ਗਿਆਨ 'ਤੇ ਆ ਕੇ ਅਟਕ ਜਾਂਦੇ ਹਨ ਅਤੇ ਪ੍ਰੇਮ ਇਸ਼ਕ ਦੀ ਬੁਲੰਦੀ ਤੋਂ ਹੇਠਾਂ ਵੱਸਦੇ ਹਨ। ਕਈ ਲੋਕਾਂ ਦਾ ਵਿਚਾਰ ਹੈ ਕਿ ਭਗਤੀ ਦੇ ਲਈ ਗਿਆਨ ਜ਼ਰੂਰੀ ਹੈ, ਭਾਵ ਗਿਆਨ ਭਗਤੀ ਦਾ ਸਾਧਨ ਹੈ। ਇਹ ਠੀਕ ਹੈ ਕਿ ਜਿਸ ਨੂੰ ਅਸੀਂ ਜਾਣਦੇ ਨਹੀਂ, ਉਸ ਨਾਲ ਪ੍ਰੇਮ ਕਰਨਾ ਅਸੰਭਵ ਹੈ। ਜਾਣਨ ਨਾਲ ਹੀ ਪ੍ਰੇਮ ਹੋ ਸਕਦਾ ਹੈ। ਕੇਵਲ ਭਗਵਾਨ ਦਾ ਨਾਮ ਸੁਣਨ ਨਾਲ ਹੀ ਸ਼ਰਧਾ ਨਹੀਂ ਹੋ ਸਕਦੀ। ਸ਼ਰਧਾ ਨਾਲ ਪ੍ਰੀਤੀ ਅਤੇ ਪ੍ਰੀਤੀ ਤੋਂ ਹੀ ਭਗਤੀ ਪੈਦਾ ਹੋ ਸਕਦੀ ਹੈ। ਇਸ ਕਰਕੇ ਗਿਆਨ ਬਿਨਾਂ ਸ਼ਰਧਾ ਅਤੇ ਸ਼ਰਧਾ ਬਿਨਾਂ ਭਗਤੀ ਦਾ ਹੋਣਾ ਅਸੰਭਵ ਹੈ। ਪਰ ਭਗਤੀ ਵਿੱਚ ਤਾਂ ਸਧਾਰਨ ਗਿਆਨ ਦੀ ਜ਼ਰੂਰਤ ਹੁੰਦੀ ਹੈ, ਜੇ ਕਿ ਭਗਵਾਨ ਨਿਰਾਕਾਰ ਸਰਵ ਸ਼ਕਤੀਮਾਨ ਸਰਬੱਗ ਅਵਿਨਾਸ਼ੀ ਆਦਿ ਹੈ, ਜਿਸ ਦਾ ਭਗਤ ਨੂੰ ਗਿਆਨ ਹੁੰਦਾ ਹੈ। ਇਸ ਵਿੱਚ ਵੇਦਾਂ ਦਾ ਗਹਿਰਾ ਅਧਿਐਨ ਜ਼ਰੂਰੀ ਨਹੀਂ ਹੁੰਦਾ। ਇਸ ਵਿੱਚ ਤਪ ਯੋਗ ਅਭਿਆਸ ਆਦਿ ਨਾਲ ਅਦਵੈਤ ਗਿਆਨ ਦੀ ਜ਼ਰੂਰਤ ਨਹੀਂ। ਪਰਮਾਤਮਾ ਦੀ ਭਗਤੀ ਲਈ ਤਾਂ ਕੇਵਲ ਭਗਵਾਨ ਦੇ ਗੁਣਾਂ ਦਾ ਇੱਕ ਹੋਂਦ ਸੀਮਾ ਤੱਕ ਗਿਆਨ ਹੋਣਾ ਹੀ ਬਹੁਤ ਹੈ, ਜੋ ਪਰਮਾਤਮਾ ਤਪ ਜਪ ਯੋਗ ਆਦਿ ਨਾਲ ਨਹੀਂ ਮਿਲਦਾ। ਉਹ ਭਗਤੀ ਨਾਲ ਆਸਾਨੀ ਨਾਲ ਮਿਲ ਜਾਂਦਾ ਹੈ, ਕਿਉਂਕਿ ਪਰਮਾਤਮਾ ਦੀ ਭਗਤੀ ਦੇ ਲਈ ਤਾਂ ਕੇਵਲ ਸ਼ਰਧਾ ਅਤੇ ਪ੍ਰੇਮ ਦੀ ਜ਼ਰੂਰਤ ਹੈ। ਸ਼ਿਵਰੀ ਨੇ ਪ੍ਰੇਮਾ ਭਗਤੀ ਨਾਲ ਹੀ ਭਗਵਾਨ ਰਾਮ ਦੇ ਦਰਸ਼ਨ ਕੀਤੇ ਸਨ। ਸ਼ਿਵਰੀ ਜਿਹੜੀ ਉਹ ਭੇਲਣੀ ਸੀ, ਅਤੇ ਉਹ ਮਤੰਗ ਰਿਸ਼ੀ ਤੋਂ ਸੁਣਿਆ ਸੀ ਕਿ ਮਹਾਰਾਜ ਨੇ ਆਉਣਾ। ਅਤੇ ਜਦੋਂ ਉਹ ਮਤੰਗ ਰਿਸ਼ੀ ਗੁਜ਼ਰ ਗਏ, ਅਤੇ ਉਹ ਜਿਹੜੇ ਬਾਕੀ ਸੀ ਉਹ ਨਫ਼ਰਤ ਕਰਦੇ ਸੀ, ਉਹਨੇ ਬੰਦ ਕਰਤਾ। ਉਹ ਵਿਚਾਰੀ ਨੇ ਝਾੜੂ ਦੇ ਛੱਡਣਾ ਅਤੇ ਉੱਥੋਂ ਵੀ ਰੋਕ ਦਿੱਤਾ। ਫਿਰ ਪੰਪਾ ਸਰ ਤੀਰਥ ਉੱਥੇ ਕੀੜੇ ਪੈ ਗਏ। ਉਹ ਬੇਰੀਆਂ ਦੇ ਬੇਰ ਤੋੜ ਕੇ ਰੱਖਦੀ ਸੀ। ਜਦੋਂ ਭਗਵਾਨ ਰਾਮ ਜੀ ਗਏ ਤਾਂ ਉਹਦੇ ਚਲੇ ਗਏ। ਇਹਨਾਂ ਨੇ ਬੜੀ ਤਿਆਰੀ ਕੀਤੀ ਸੀ,
फिर बेनती की, महाराज फिर पानी की भी बड़ी तंगी है, कीड़े पै गए। कहते मेरे चरण धो के पाओ, हटे नहीं। कहते तुसीं, कहते महाराज असीं तां बथेरे यतन किए। फिर कहते भीलनी के चरण धो के पाओ। हाँ जी, भीलनी कहती महाराज मैं इन्ना अपराध कि मैं आपे ही पैर डबो देने, ਜਿਹੜੇ पैर पाए कीड़े दूर हो गए। ਉਹਦੀ भगत की महिमा प्रगट की। क्यों ਜਿਹੜੇ पति ब्याह के लिया ਸੀ ਇਹਨੂੰ ਕਰੂਪ देख के जंगल 'ਚ ਹੀ ਛੱਡ ਗਿਆ ਸੀ। ਉਹ ਫਿਰ ਸੰਤਾਂ ਦੇ ਉੱਥੇ ਆਸ਼ਰਮ 'ਚ ਵਿਚਾਰੀ ਬਾਲਣ ਲੈ ਆਉਣਾ, ਝਾੜੂ ਦੇਣਾ। ਜਿੰਨਾ ਚਿਰ ਤੋਂ ਰਿਸ਼ੀ ਜੀ ਰਹੇ ਉਹ ਸਤਿਕਾਰ ਕਰਦੇ ਰਹੇ, ਬਾਅਦ 'ਚੋਂ ਨਫ਼ਰਤ ਕਰਦੇ ਸੀ। ਅਤੇ ਉਦੋਂ ਬੇਰੀਆਂ ਦੇ ਉੱਥੇ ਜੰਗਲ ਕਾਫੀ ਹੁੰਦੇ ਸੀ। ਉਹ ਬੇਰ ਇੱਕ ਨਾ ਚੈੱਕ ਕਰਕੇ ਦੇ ਲੈਣਾ ਅਤੇ ਵੀ ਜਿਹਦੇ ਮਿੱਠੇ ਆ ਉਹ ਰੱਖੀ ਜਾਣੇ। ਅਤੇ ਆਮ ਹੁੰਦਾ ਜੀ ਝੂਠੇ ਵੇਰ, ਝੂਠੇ ਨੇ। ਅਤੇ ਉਹ ਸੰਤਾਂ ਨੂੰ ਕਥਾ ਵਾਰਤਾ ਸੁਣਦੀ। ਝੂਠ ਦਾ ਮਤਲਬ ਜਿਹੜਾ ਕਿਸੇ ਨੂੰ ਖਿਲਾਉਣ ਤੋਂ ਪਹਿਲਾਂ ਚੀਜ਼ ਖਾ ਲਈ ਉਹ ਝੂਠੀ ਮੰਨੀ ਜਾਂਦੀ ਹੈ। ਜਿਵੇਂ ਘਰਾਂ 'ਚ ਆਦਤ ਹੁੰਦੀ, ਲੂਣ ਦੇਖ ਲਓ, ਮਿੱਠਾ ਦੇਖ ਲਓ, ਭਾਵੇਂ ਬਾਕੀ ਸੋਚਿਆ ਉਹ ਝੂਠਾ ਮੰਨਿਆ ਜਾਂਦਾ। ਇਉਂ ਸੀ। ਸੋ ਇਸ ਵਾਸਤੇ ਅਤੇ ਕਹਿੰਦੇ ਵੀ ਹੁਣ ਉਹ ਕਿਹੜਾ ਵੀ ਗ੍ਰੰਥ ਪੜ੍ਹੀਓ ਸੀ, ਉਹਦੇ ਅੰਦਰ ਭਗਤੀ, ਪਿਆਰ, ਸ਼ਰਧਾ ਸੀ। ਸ਼ਰਧਾ ਕਰਕੇ ਮਹਾਰਾਜ ਨੇ ਉਹਨੂੰ ਦਰਸ਼ਨ ਦਿੱਤੇ ਸੀ। ਸ਼ਿਵਰੀ ਨੇ ਪ੍ਰੇਮਾ ਭਗਤੀ ਨਾਲ ਹੀ ਭਗਵਾਨ ਰਾਮ ਦੇ ਦਰਸ਼ਨ ਕੀਤੇ ਸਨ। ਇਸ ਲਈ ਇਸ ਤਰ੍ਹਾਂ ਤਾਂ ਜ਼ਰੂਰਤ ਹੈ ਨਿਸ਼ਠਾਵਾਨ ਅਤੇ ਅਨੁਰਾਗੀ ਹਿਰਦੇ ਜੀ, ਮਨ 'ਚ ਦ੍ਰਿੜ ਵਿਸ਼ਵਾਸ ਵੀ ਹੋਵੇ, ਪਿਆਰ ਵੀ ਹੋਵੇ। ਭਗਤ ਤਾਂ ਕੇਵਲ ਪ੍ਰੇਮ ਦੇ ਲਈ ਪ੍ਰੇਮ ਕਰਦਾ ਹੈ, ਕਿਸੇ ਫਲ ਦੇ ਨਹੀਂ। ਜਦੋਂ ਤੱਕ ਫਲ ਦੀ ਆਸਾ ਲੱਗੀ ਰਹਿੰਦੀ ਹੈ ਭਗਤੀ ਸਵਾਂਗ ਹੈ, ਕਿਉਂਕਿ ਤਦ ਇਸ ਦੀ ਤਹਿ ਵਿੱਚ ਖੁਦੀ ਹੰਕਾਰ ਅਤੇ ਸੁਆਰਥ ਹੈ। ਭਗਤ ਤਾਂ ਆਪਣੀ ਭਗਤੀ ਦੇ ਕੇ ਉਸ ਦੇ ਬਦਲੇ ਵਿੱਚ ਤਿੰਨਾਂ ਲੋਕਾਂ ਦਾ ਖਜ਼ਾਨਾ ਵੀ ਨਹੀਂ ਲੈਣਾ ਚਾਹੁੰਦਾ। ਹੁਣ ਵੱਡੇ ਵੱਡੇ ਗੁਰਸਿੱਖਾਂ ਦਾ ਤਾਂ ਇਤਿਹਾਸ ਹੈ ਕਿ ਉਹਨਾਂ ਨੇ ਕਿੰਨੀਆਂ ਸਖਤ ਸਜ਼ਾਵਾਂ ਵੀ ਦੁਸ਼ਟਾਂ ਵੱਲੋਂ ਭੋਗੀਆਂ, ਲੇਕਿਨ ਕਿਸੇ ਲਾਲਚ ਵਿੱਚ ਆ ਕੇ ਗੁਰੂ ਮਹਾਰਾਜ ਤੋਂ ਨਹੀਂ ਮੂੰਹ ਨਹੀਂ ਮੋੜਿਆ ਹੈ। ਨਿਰੇ ਗਿਆਨ ਨਾਲ ਕੁਝ ਹੱਥ ਨਹੀਂ ਆਉਂਦਾ। ਹਾਂਜੀ, ਭੋਜਨ ਨੂੰ ਕੇਵਲ ਦੇਖ ਲੈਣ ਨਾਲ ਤਾਂ ਭੁੱਖ ਨਹੀਂ ਮਿਟ ਸਕਦੀ। ਗਿਆਨ ਨਾਲ ਅਸੀਂ ਭਗਵਾਨ ਅਤੇ ਉਸ ਦੀਆਂ ਵਿਭੂਤੀਆਂ ਬਾਰੇ ਜਾਣਦੇ ਹਾਂ, ਪਰ ਪ੍ਰੇਮ ਨਾਲ ਖੁਦ ਭਗਵਾਨ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਭਗਤੀ ਗਿਆਨ ਵਿਗਿਆਨ ਦੇ ਅਧੀਨ ਨਹੀਂ ਹੈ, ਉਹ ਆਪ ਸੁਤੰਤਰ ਹੈ। ਇਸ ਨੂੰ ਹੋਰ ਕਿਸੇ ਸਾਧਨ ਦੀ ਜ਼ਰੂਰਤ ਨਹੀਂ ਪੈਂਦੀ। ਇਹ ਇੱਕ ਆਜ਼ਾਦ ਮਾਰਗ ਹੈ। ਇਸ ਲਈ ਤੁਲਸੀਦਾਸ ਜੀ ਕਹਿੰਦੇ ਹਨ, ਜੋ ਸੁਤੰਤਰ ਅਵਲੰਬ ਸਹਾਰਾ ਨਾ ਆਨਾ ਹੋਰ, ਹਾਂਜੀ ਤੇ ਹੀ ਅਧੀਨ ਗਿਆਨ ਵਿਗਿਆਨ। ਅਰਥ ਭਗਤੀ ਨਿਰਾ ਹਾਂਜੀ ਅਲੰਬ ਹੈ। ਭਗਤੀ ਨੂੰ ਕਿਸੇ ਦਾ ਆਸਰਾ ਨਹੀਂ, ਉਹ ਭਗਵਾਨ ਦੇ ਆਸਰੇ ਹੀ ਹੈ। ਇਸ ਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਹੈ। ਗਿਆਨ ਵਿਗਿਆਨ ਇਸ ਦੇ ਅਧੀਨ ਹਨ। ਇਹ ਖੁਦ ਆਜ਼ਾਦ ਹੈ। ਭਾਵ ਭਗਤੀ ਕਿਸੇ ਦੇ ਪਿੱਛੇ ਚੱਲਣ ਵਾਲੀ ਨਹੀਂ ਹੈ ਕਿ ਪਹਿਲਾਂ ਯੋਗ ਆਦਿ ਕੋਈ ਸਾਧਨ ਕੀਤਾ ਜਾਏ ਤਾਂ ਉਸ ਦੀ ਪ੍ਰਾਪਤੀ ਹੋਵੇਗੀ। ਕੋਈ ਵੀ ਮਨੁੱਖ ਉਹਦੀ ਪ੍ਰਾਪਤੀ ਕਰ ਸਕਦਾ ਹੈ। ਗਿਆਨ ਵਿਗਿਆਨ ਦਾ ਵੀ ਭਗਤੀ ਦੇ ਦੁਆਰਾ ਗਿਆਨ ਹੋ ਜਾਂਦਾ ਹੈ। ਭਗਤੀ ਦੀ ਪ੍ਰਾਪਤੀ ਦੇ ਲਈ ਸਾਧਨ ਦਾ ਕੋਈ ਕ੍ਰਮ ਤਰਤੀਬ ਨਹੀਂ ਕਿ ਪਹਿਲਾਂ ਕਿਸੇ ਸਾਧਨ ਨਾਲ ਹਿਰਦਾ ਸ਼ੁੱਧ ਕੀਤਾ ਜਾਏ ਅਤੇ ਇਸ ਦੀ ਜ਼ਰੂਰਤ ਹੋਵੇਗੀ। ਭਗਤੀ ਸ਼ਰਧਾ ਐਸੀ ਚੀਜ਼ ਹੈ, ਹਿਰਦੇ ਨੂੰ ਸ਼ੁੱਧ ਕਰ ਦਿੰਦੀ ਹੈ। ਗਿਆਨ ਦੇ ਲਈ ਤਾਂ ਅਜਿਹੀ ਵਿਧੀ ਹੈ, ਪਰ ਭਗਤੀ ਲਈ ਕੋਈ ਅਜਿਹਾ ਨਿਯਮ ਨਹੀਂ ਹੈ। ਭਾਵ ਜਿਸ ਤਰ੍ਹਾਂ ਦੇ ਸਾਧਨ ਵਿਧੀ ਕਰਮਕਾਂਡ ਯੋਗ ਅਤੇ ਗਿਆਨ ਮਾਰਗ ਵਿੱਚ ਹੈ, ਉਸ ਤਰ੍ਹਾਂ ਦੀ ਵਿਧੀ ਭਗਤੀ ਮਾਰਗ ਵਿੱਚ ਨਹੀਂ ਹੈ। ਭਗਵਾਨ ਕਹਿੰਦੇ ਹਨ ਕਿ ਭਗਤੀ ਨਾਲ ਮੈਂ ਜਲਦੀ ਖੁਸ਼ ਹੋ ਜਾਂਦਾ ਹਾਂ। ਭਗਤੀ ਨੂੰ ਪ੍ਰਾਪਤ ਕਰਨ ਦੇ ਲਈ ਨਾ ਤਾਂ ਧਰਮ ਬੈਰਾਗ ਯੋਗ ਗਿਆਨ ਆਦਿ ਦੀ ਜ਼ਰੂਰਤ ਹੈ, ਨਾ ਵਿਦਿਆ ਬੁੱਧੀ ਆਦਿ। ਉਹਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ, ਸਗੋਂ ਉਹਦੀ ਪ੍ਰਾਪਤੀ ਨਾਲ ਧਰਮ ਬੈਰਾਗ ਯੋਗ ਸ਼ਾਂਤੀ ਵਿਵੇਕ ਗਿਆਨ ਸਮਾਧੀ ਆਦਿ ਸਭ ਗੁਣ ਆਪਣੇ ਆਪ ਆ ਜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਗਿਆਨ ਮਾਰਗ ਜਿੱਥੇ ਸਾਧਕ ਦੀ ਆਪਣੀ ਸ਼ਕਤੀ 'ਤੇ ਨਿਰਭਰ ਹੈ, ਭਗਤੀ ਮਾਰਗ ਵਿੱਚ ਸਾਧਕ ਆਪਣਾ ਬਲ ਪ੍ਰਭੂ ਨੂੰ ਸਮਰਪਿਤ ਕਰ ਦਿੰਦਾ ਹੈ। ਭਗਤ ਦੇ ਵੱਲੋਂ ਜੋ ਵੀ ਕਰਮ ਹੁੰਦੇ ਹਨ, ਉਹਨਾਂ ਸਭ ਦਾ ਕਾਰਨ ਉਹ ਪ੍ਰਭੂ ਨੂੰ ਸਮਝਦਾ ਹੈ। ਉਸ ਦੇ ਮਨ ਦੀ ਚੰਚਲਤਾ ਘਟ ਜਾਂਦੀ ਹੈ ਅਤੇ ਪ੍ਰਭੂ ਨਾਲ ਪ੍ਰੇਮ ਵੱਧਦਾ ਜਾਂਦਾ ਹੈ। ਪ੍ਰਭੂ ਕਿਰਪਾ
ਮਾਲਣ ਬਣ ਕੇ ਉਸ ਨੂੰ ਸਿੰਜਦੀ ਪਾਲਣ ਕਰਦੀ ਹੈ ਅਤੇ ਵਿਕਾਰਾਂ ਤੋਂ ਉਸ ਦੀ ਰੱਖਿਆ ਕਰਦੀ ਹੈ। ਵਿਕਾਰਾਂ ਤੋਂ ਉਸ ਦੀ ਰੱਖਿਆ ਕਰਦੀ ਰਹਿੰਦੀ ਹੈ। ਹੌਲੀ ਹੌਲੀ ਉਸ ਦੇ ਮਨ ਵਿੱਚ ਪ੍ਰੇਮ ਅਤੇ ਅਨੁਰਾਗ ਸਦਾ ਲਈ ਸਥਿਰ ਹੋ ਜਾਂਦਾ ਹੈ, ਕਿਉਂਕਿ ਭਗਵਾਨ ਨੇ ਕਿਹਾ ਹੈ ਕਿ ਜੋ ਮੇਰੀ ਕਿਰਪਾ ਦੀ ਛਤਰ ਛਾਇਆ ਵਿੱਚ ਆ ਜਾਂਦਾ ਹੈ, ਉਸ ਦੇ ਵੱਲ ਮੇਰੇ 1000 ਕਦਮ ਵੱਧਦੇ ਹਨ। ਚਰਨ ਚਰਨ ਗੁਰ ਏਕ ਪੈਂਡਾ ਜਾਏ ਚੱਲ, ਕੋਟ ਪੈਂਡਾ ਸਤਿਗੁਰ ਆਗੇ ਹੋਏ ਲੇਤ ਹੈ। ਭਾਈ ਗੁਰਦਾਸ ਜੀ ਨੇ ਵੀ ਕਵਿਤਾ 'ਚ ਦੱਸਿਆ ਹੈ। ਇੱਕ ਵਾਰ ਸ਼੍ਰੀ ਲక్ష్మణ ਜੀ ਨੇ ਸ਼੍ਰੀ ਰਾਮ ਜੀ ਨੂੰ ਪੁੱਛਿਆ ਕਿ ਜੋ ਭਗਤ ਆਪ ਵੱਲ ਜਾਂਦੇ ਹਨ, ਉਹਨਾਂ ਨੂੰ ਵਿਸ਼ੇ ਵਾਸ਼ਨਾ ਨਹੀਂ ਸਤਾਉਂਦੀ। ਭਗਵਾਨ ਰਾਮ ਨੇ ਹੱਸ ਕੇ ਉੱਤਰ ਦਿੱਤਾ ਕਿ ਕਦੇ ਕਦੇ ਸਤਾਉਂਦੀ ਹੈ, ਪਰ ਮੈਂ ਉਹਨਾਂ ਦੇ ਨਜ਼ਰ ਰੱਖਦਾ ਹਾਂ। ਜਿਵੇਂ ਪਿਤਾ ਆਪਣੇ ਬਾਲਕ ਦੇ ਲਈ ਨਦੀ ਵਿੱਚ ਇਸ਼ਨਾਨ ਕਰਦੇ ਵੇਲੇ ਉਸ 'ਤੇ ਨਜ਼ਰ ਰੱਖਦਾ ਹੈ ਕਿ ਉਸ ਨੂੰ ਗਹਿਰੇ ਪਾਣੀ ਵਿੱਚ ਜਾਣ ਨਹੀਂ ਦਿੰਦਾ, ਉਸੇ ਤਰ੍ਹਾਂ ਮੈਂ ਆਪਣੇ ਭਗਤ ਨੂੰ ਵਿਸ਼ੇ ਵਿੱਚ ਲਿਪਤ ਨਹੀਂ ਹੋਣ ਦਿੰਦਾ ਹਾਂ। ਜਿਵੇਂ ਗਰਮੀ ਤੋਂ ਵਿਆਕਲ ਯਾਤਰੀ ਸੰਘਣੇ ਰੁੱਖ ਦੀ ਛਾਂ ਵਿੱਚ ਪਹੁੰਚ ਕੇ ਸ਼ਾਂਤੀ ਪਾਉਂਦਾ ਹੈ, ਇਸੇ ਤਰ੍ਹਾਂ ਪ੍ਰਭੂ ਦੀ ਸ਼ਰਨ ਜਾਣ ਨਾਲ ਅਤੇ ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਵਿੱਚ ਸਮਰਪਿਤ ਕਰ ਦੇਣ ਨਾਲ ਪ੍ਰਭੂ ਭਗਤ ਨੂੰ ਝੱਟ ਆਪਣੇ ਚਰਨਾਂ ਦੀ ਪ੍ਰੀਤੀ ਵਿੱਚ ਲਾ ਲੈਂਦੇ ਹਨ। ਪਰਾਰਬਧ ਕਰਮ ਭੋਗਣੇ ਹੀ ਪੈਂਦੇ ਹਨ, ਪਰ ਇੱਥੇ ਵੀ ਭਗਵਾਨ ਦੀ ਕਿਰਪਾ ਸਹਾਇਕ ਹੁੰਦੀ ਹੈ, ਜਿਸ ਵਿੱਚ ਉਹਨਾਂ ਦਾ ਪ੍ਰਭਾਵ ਅਸਰ ਘੱਟ ਹੋ ਜਾਂਦਾ ਹੈ। ਜਿਵੇਂ ਬੜੀ ਗਰਮੀ ਹੋਣ 'ਤੇ ਵੀ ਬੱਦਲ ਘੇਰੇ ਆਉਣ ਨਾਲ ਸੂਰਜ ਦੀ ਗਰਮੀ ਇੰਨੀ ਵਿਆਕੁਲ ਨਹੀਂ ਕਰਦੀ, ਕਿਉਂਕਿ ਜਿਸ ਨੇ ਮਨ ਬਚਨ ਕਰਮ ਨਾਲ ਪ੍ਰਭੂ ਦੀ ਸ਼ਰਨ ਸਵੀਕਾਰ ਕਰ ਲਈ ਹੈ, ਉਸ ਦੇ ਨਾਲ ਜੋ ਵੀ ਘਟਨਾ ਹੁੰਦੀ ਹੈ, ਉਸ ਨੂੰ ਉਹ ਇਹੀ ਸਮਝਦਾ ਹੈ ਕਿ ਭਗਵਾਨ ਨੇ ਮੇਰੇ ਭਲੇ ਲਈ ਕੀਤਾ ਹੈ। ਫਿਰ ਤਾਂ ਵੱਡੇ ਤੋਂ ਵੱਡਾ ਦੁੱਖ ਆਉਣ 'ਤੇ ਵੀ ਨਹੀਂ ਘਬਰਾਉਂਦਾ, ਕਿਉਂਕਿ ਉਸ ਨੂੰ ਵਿਸ਼ਵਾਸ ਰਹਿੰਦਾ ਹੈ ਕਿ ਬਾਲ ਬੁੱਧੀ ਦੀਨਹੀਨ ਜਨ ਦੀ ਰੱਖਿਆ ਮੇਰੇ ਦਿਆਲੂ ਭਗਵਾਨ ਜ਼ਰੂਰ ਕਰਨਗੇ। ਇਸ ਲਈ ਗਿਆਨ ਅਤੇ ਭਗਤੀ ਵਿੱਚ ਇਹੀ ਫਰਕ ਹੈ ਕਿ ਗਿਆਨੀ ਬ੍ਰਹਮ ਦੇ ਕੋਲ ਆਪ ਜਾਂਦਾ ਹੈ ਅਤੇ ਭਗਤ ਦੇ ਕੋਲ ਪ੍ਰਭੂ ਖੁਦ ਆਪ ਆਉਂਦਾ ਹੈ। ਆਪ ਜਾਂਦੇ ਹਨ। ਜਦੋਂ ਭਗਵਾਨ ਇੱਕ ਵਾਰ ਦਿਲ ਵਿੱਚ ਡੇਰਾ ਲਾ ਲੈਣ ਤਾਂ ਭਗਤ ਵਿੱਚ ਗਿਆਨ, ਬਰਾਗ, ਸਤ ਆਦਿ ਸਭ ਸ਼ੁਭ ਗੁਣ ਬਿਨਾਂ ਯਤਨ ਕੀਤਿਆਂ ਹੀ ਆ ਜਾਂਦੇ ਹਨ। ਭਗਤ ਜੇਕਰ ਕੋਈ ਕੰਮ ਕਰਦਾ ਹੈ ਤਾਂ ਉਹ ਉਸ ਨੂੰ ਭਗਵਾਨ ਦੀ ਕਿਰਪਾ ਨਾਲ ਹੀ ਹੋਇਆ ਮੰਨਦਾ ਹੈ। ਇਸ ਲਈ ਮਨ ਵਿੱਚ ਅਜਿਹਾ ਵਿਚਾਰ ਪੱਕਾ ਰਹਿਣਾ ਚਾਹੀਦਾ ਹੈ ਕਿ ਜੋ ਕੁਝ ਕਰਨ ਭਗਵਾਨ ਕਰਨ। ਆਪਣੀਆਂ ਸਭ ਜ਼ਿੰਮੇਵਾਰੀਆਂ ਅਤੇ ਸਭ ਚਿੰਤਾਵਾਂ ਉਹਨਾਂ ਨੂੰ ਸੌਂਪ ਦਿਓ। ਜਦੋਂ ਅਜਿਹੀ ਹਾਲਤ ਹੋ ਜਾਵੇਗੀ, ਫਿਰ ਭਗਵਾਨ ਨੂੰ ਭਗਤ ਦੇ ਕੋਲ ਖੇਮ ਦੀ ਜ਼ਿੰਮੇਵਾਰੀ ਲੈਣੀ ਹੀ ਪਵੇਗੀ। ਜੋ ਖੇਮ ਦੀ ਜ਼ਿੰਮੇਵਾਰੀ ਦਾ ਅਰਥ ਇਹ ਹੈ ਕਿ ਪ੍ਰਾਪਤ ਵਸਤੂ ਦੀ ਰੱਖਿਆ ਅਤੇ ਜੋ ਪ੍ਰਾਪਤ ਨੇ ਉਸ ਦੇ ਲਈ ਯਤਨ ਵੀ ਆਪ ਖੁਦ ਭਗਵਾਨ ਹੀ ਕਰਦੇ ਹਨ। ਇਸ ਲਈ ਉਸ ਦੇ ਲੋਕ ਅਤੇ ਪਰਲੋਕ ਸਾਰਾ ਭਾਰ ਪ੍ਰਭੂ ਆਪ ਆਪਣੇ ਉੱਪਰ ਲੈ ਲੈਂਦੇ ਹਨ। ਜਿਵੇਂ ਕਿਸ਼ਤੀ ਦੇ ਰਾਹੀਂ ਨਦੀ ਪਾਰ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਭਗਵਾਨ ਖੁਦ ਆਪਣੇ ਭਗਤ ਦੀ ਰਹਿਨੁਮਾਈ ਪਥ ਪ੍ਰਦਰਸ਼ਨ ਕਰਦੇ ਹਨ, ਕਿਉਂਕਿ ਭਗਤ ਤਾਂ ਸਦਾ ਇਹੀ ਕਹਿੰਦਾ ਹੈ ਕਿ ਹੇ ਨਾਥ, ਮੈਂ ਦੀਨ ਨਿਰਬਲ ਹਾਂ, ਮੇਰੇ 'ਤੇ ਕਿਰਪਾ ਕਰੋ। ਇਸ ਲਈ ਭਗਵਾਨ ਉਸ ਨੂੰ ਆਪਣੀ ਕਿਰਪਾ ਦਾ ਸਹਾਰਾ ਜ਼ਰੂਰ ਦਿੰਦੇ ਹਨ। ਇਸ ਲਈ ਦੇਵ ਰਿਸ਼ੀ ਨਾਰਦ ਨੇ ਭਗਤੀ ਨੂੰ ਸਭ ਤੋਂ ਵੱਡਾ ਦੱਸਿਆ ਹੈ। ਈਸ਼ਰ ਪ੍ਰਾਪਤੀ ਦੇ ਜਿੰਨੇ ਵੀ ਰਸਤੇ ਹਨ, ਉਹਨਾਂ ਵਿੱਚੋਂ ਭਗਤੀ ਯੋਗ ਸਭ ਤੋਂ ਆਸਾਨ ਹੈ, ਕਿਉਂਕਿ ਇਸ ਦਾ ਸੰਬੰਧ ਹਿਰਦੇ ਨਾਲ ਹੈ। ਇਸ ਲਈ ਅਨਪੜ੍ਹ ਵੀ ਭਗਤੀ ਨਾਲ ਕਿਰਤਾਰਥ ਕ੍ਰਿਤ ਹੋ ਜਾਂਦਾ ਹੈ। ਇਸ ਲਈ ਭਗਤੀ ਦਾ ਰਾਹ ਸਭ ਲਈ ਖੁੱਲ੍ਹਾ ਹੈ। ਕਰਮ, ਗਿਆਨ ਅਤੇ ਯੋਗ ਦੇ ਲਈ ਵਿਸ਼ੇਸ਼ ਯੋਗਤਾ ਚਾਹੀਦੀ ਹੈ, ਪਰ ਭਗਤੀ ਤਾਂ ਇੱਕ ਕਮਜ਼ੋਰ, ਰੋਗੀ, ਧਨੀ, ਗਰੀਬ, ਇਸਤਰੀ, ਪੁਰਸ਼ ਅਤੇ ਘੱਟ ਸਮਝ ਵਾਲੇ ਮਨੁੱਖ ਸਭ ਹੀ ਕਰ ਸਕਦੇ ਹਨ। ਭਗਤੀ ਵਿੱਚ ਅਧਿਕਾਰ ਭੇਦ ਨਹੀਂ, ਕਹਿੰਦੇ ਹਨ ਜਾਤ ਪਾਤ ਨਾ ਪੁੱਛੈ ਕੋਈ, ਹਰ ਕੋ ਭਜੇ ਸੋ ਹਰ ਕਾ ਹੋਈ। ਪ੍ਰੇਮਾ ਭਗਤੀ ਦੇ ਸਿਵਾ ਬਾਕੀ ਸਭ ਸਾਧਨ ਜ਼ੋਰ ਨਾਲ ਸੰਬੰਧ ਰੱਖਦੇ ਹਨ। ਕਰਮ ਵਿੱਚ ਇੱਛਾ ਸ਼ਕਤੀ
ਗਿਆਨ ਵਿੱਚ ਬੁੱਧੀ ਅਤੇ ਯੋਗ ਵਿੱਚ ਮਨ ਦੀ ਇਕਾਗਰਤਾ ਦਾ ਸਹਾਰਾ ਲੈਣਾ ਪੈਂਦਾ ਹੈ। ਪਰ ਭਗਤੀ ਵਿੱਚ ਭਗਵਾਨ ਹੀ ਬਲ ਅਤੇ ਸਹਾਰਾ ਹੁੰਦੇ ਹਨ, ਕਿਉਂਕਿ ਖੁਦੀ ਹਉਮੈ ਅਤੇ ਪਰਮਾਤਮਾ ਦੋਨੋਂ ਇਕੱਠੇ ਨਹੀਂ ਹੋ ਸਕਦੇ। ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਕਿ ਦੋਨੋਂ ਇੱਕ ਜਗ੍ਹਾ ਨਹੀਂ ਰਹਿੰਦੀਆਂ। ਫਿਰ ਹਉਮੈ ਵੀ ਹੋਵੇ ਅਤੇ ਨਾਮ ਵੀ। ਜਿੱਥੇ ਨਾਮ ਆ ਉੱਥੇ ਹਉਮੈ ਨਹੀਂ, ਜਿੱਥੇ ਹਉਮੈ ਉੱਥੇ ਨਾਮ ਨਹੀਂ। ਭਗਵਾਨ ਕਿਸੇ ਵੀ ਹੋਰ ਸਾਧਨ ਵਿੱਚ ਬਸ ਵਿੱਚ ਨਹੀਂ ਆਉਂਦੇ। ਕੇਵਲ ਸ਼ੁੱਧ ਪ੍ਰੇਮ ਨਾਲ ਹੀ ਫੜੇ ਜਾ ਸਕਦੇ ਹਾਂ ਅਤੇ ਆਪਣੇ ਭਗਤਾਂ ਦੇ ਦਾਸ ਅਤੇ ਸਹਾਰੇ ਬਣ ਜਾਂਦੇ ਹਨ। ਪਰ ਵੇਦ ਪੜ੍ਹਨੇ, ਤੀਰਥ ਇਸ਼ਨਾਨ, ਤਪ ਕਰਨੇ ਆਦਿ ਨਾਲ ਭਗਵਾਨ ਬਸ ਵਿੱਚ ਨਹੀਂ ਆਉਂਦੇ। ਭਗਵਾਨ ਤਾਂ ਪ੍ਰੇਮ ਦੇ ਭੁੱਖੇ ਹਨ, ਇਸ ਲਈ ਉਹ ਭਗਤੀ ਨਾਲ ਵੱਧ ਖੁਸ਼ ਹੁੰਦੇ ਹਨ। ਭਗਵਾਨ ਕਹਿੰਦੇ ਹਨ ਕਿ ਮੈਂ ਸਦਾ ਭਗਤਾਂ ਦੇ ਪਿੱਛੇ ਇਸ ਲਈ ਫਿਰਦਾ ਹਾਂ ਕਿ ਇਹਨਾਂ ਦੇ ਚਰਨਾਂ ਦੀ ਧੂੜ ਉੱਡ ਕੇ ਮੇਰੇ ਉੱਪਰ ਪੈ ਜਾਵੇ ਤਾਂ ਮੈਂ ਪਵਿੱਤਰ ਹੋ ਜਾਵਾਂ। ਅਕਸਰ ਲੋਕ ਸੰਸਾਰ ਬੰਧਨ ਤੋਂ ਛੁੱਟਣ ਦੇ ਲਈ ਕਰਮਯੋਗ, ਗਿਆਨਯੋਗ, ਰਾਜਯੋਗ ਆਦਿ ਦਾ ਸਹਾਰਾ ਲਿਆ ਕਰਦੇ ਹਨ। ਪਰ ਮਹਾਂਰਿਸ਼ੀ ਪਤੰਜਲੀ ਜੀ ਕਹਿੰਦੇ ਹਨ, ਮੁਕਤੀ ਚਾਹੁਣ ਵਾਲਿਆਂ ਨੂੰ ਵੀ ਭਗਤੀ ਮਾਰਗ 'ਤੇ ਹੀ ਚੱਲਣਾ ਚਾਹੀਦਾ ਹੈ, ਕਿਉਂਕਿ ਇਸ ਮਾਰਗ 'ਤੇ ਚੱਲਣ ਨਾਲ ਬਿਨਾਂ ਮਿਹਨਤ ਕੀਤਿਆਂ ਮੁਕਤੀ ਆਪਣੇ ਆਪ ਹੀ ਮਿਲ ਜਾਂਦੀ ਹੈ। ਜਿਸ ਤਰ੍ਹਾਂ ਕੋਈ ਮਨੁੱਖ ਬਸ਼ੇਰੀ ਵਾਲੀ ਘੋੜੀ ਖਰੀਦੇ ਤਾਂ ਘੋੜੀ ਦੇ ਸੌਦੇ ਦੇ ਨਾਲ ਬਸ਼ੇਰੀ ਵੀ ਮਿਲ ਜਾਏਗੀ। ਇਸੇ ਤਰ੍ਹਾਂ ਈਸ਼ਵਰ ਭਗਤੀ ਕਰਨ ਨਾਲ ਭਗਵਤ ਪ੍ਰਾਪਤੀ ਦੇ ਨਾਲ ਮੁਕਤੀ ਵੀ ਮੁਫਤ ਵਿੱਚ ਮਿਲ ਜਾਂਦੀ ਹੈ। ਜਦੋਂ ਹੁਣ ਘੋੜੀ ਸੂਈ ਹੋਵੇ ਨਾ, ਖਰੀਦੀ ਤਾਂ ਘੋੜੀ ਸੀ, ਬਸ਼ੇਰੀ ਉਵੇਂ ਮਿਲ ਗਈ। ਇਸ ਤਰ੍ਹਾਂ ਕਹਿੰਦੇ ਫਿਰ ਜਿਹੜੀ ਭਗਤੀ ਹੈ ਨਾ, ਇਹਦੇ ਨਾਲ ਮੁਕਤੀ ਵੀ ਮੁਫਤ ਹੀ ਮਿਲ ਜਾਂਦੀ ਹੈ। ਸ਼੍ਰੀ ਸੁਖਮਨੀ ਸਾਹਿਬ ਵਿੱਚ ਵੀ ਲਿਖਿਆ ਹੈ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਇਸ ਲਈ ਭਗਤੀ ਸਭ ਸਾਧਨਾਂ ਤੋਂ ਆਸਾਨ ਸਾਧਨ ਹੈ, ਕਿਉਂਕਿ ਇਸ ਵਿੱਚ ਤਪ, ਯੋਗ, ਵਿਦਿਆ ਆਦਿ ਦੀ ਜ਼ਰੂਰਤ ਨਹੀਂ। ਕੇਵਲ ਭਗਵਤ ਕਿਰਪਾ ਵਿੱਚ ਵਿਸ਼ਵਾਸ, ਬੱਚੇ ਦੀ ਤਰ੍ਹਾਂ ਸਰਲ ਹਿਰਦਾ ਅਤੇ ਸਦਾ ਭਗਵਾਨ ਨਾਲ ਪ੍ਰੇਮ ਕਰਨ ਦੀ ਜ਼ਰੂਰਤ ਹੈ। ਇਸ ਲਈ ਤਿੰਨਾਂ ਕਾਲਾਂ ਵਿੱਚ ਭਗਤੀ ਹੀ ਸਰਬ ਉੱਤਮ ਹੈ, ਕਿਉਂਕਿ ਇਸ ਦੇ ਭਗਵਾਨ ਆਪ ਹੀ ਸਾਧਕ ਅਤੇ ਆਪ ਹੀ ਸਾਧ ਹੁੰਦੇ ਹਨ। ਸਾਧਨਾ ਕਰਨ ਵਾਲਾ ਜਿਗਿਆਸੂ ਵੀ ਆਪੇ ਹੀ ਹੈ, ਸਾਧਨ ਕਰਾਉਣ ਵਾਲੇ ਵੀ ਆਪੇ ਹੀ ਹੈ। ਭਗਤ ਕੇਵਲ ਮਨ ਨਾਲ ਹੀ ਨਹੀਂ, ਸਗੋਂ ਸਰਲ ਭਾਵਨਾ ਭਗਵਾਨ ਨਾਲ ਜੁੜਿਆ ਹੋਇਆ ਹੁੰਦਾ ਹੈ। ਉਸਦੇ ਦਾ ਸਭ ਕੰਮ ਪੂਜਾ ਹੀ ਬਣ ਜਾਂਦੇ ਹਨ। ਇਸ ਲਈ ਗੀਤਾ ਵਿੱਚ ਭਗਤ ਨੂੰ ਯੁਕਤਮ, ਭਗਵਾਨ ਨਾਲ ਸਭ ਤੋਂ ਵੱਧ ਜੁੜਿਆ ਹੋਇਆ ਦੱਸਿਆ ਗਿਆ ਹੈ। ਭਗਤੀ ਨਾਲ ਅੰਤःਕਰਨ ਸ਼ੁੱਧ ਹੁੰਦਾ ਹੈ। ਸ਼ੁੱਧ ਅੰਤःਕਰਨ ਵਿੱਚ ਹੀ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਅਤੇ ਗਿਆਨ ਨਾਲ ਹੀ ਮੁਕਤੀ ਜਾਂ ਪ੍ਰਭੂ ਦਰਸ਼ਨ ਹੁੰਦੇ ਹਨ। ਭਗਵਾਨ ਨੂੰ ਹੰਕਾਰ ਪਸੰਦ ਨਹੀਂ, ਉਸ ਨੂੰ ਨਿਮਰਤਾ ਨਾਲ ਪ੍ਰੇਮ ਹੈ। ਭਗਵਾਨ ਤਾਂ ਹੰਕਾਰੀਆਂ ਨੂੰ ਸਜ਼ਾ ਦਿੰਦੇ ਹਨ ਅਤੇ ਨਿਮਰ ਨੂੰ ਆਪਣੀ ਛਾਤੀ ਨਾਲ ਲਾਉਂਦੇ ਹਨ ਅਤੇ ਆਪਣੇ ਨਿਮਰ ਆਜਿਜ਼ ਭਗਤ ਦੇ ਲਈ ਨੀਚ ਤੋਂ ਨੀਚ ਸੇਵਾ ਕਰਨ ਨੂੰ ਤਿਆਰ ਹੋ ਜਾਂਦੇ ਹਨ। ਭਗਤ ਵੀ ਆਪਣੇ ਆਪ ਨੂੰ ਭਗਵਾਨ ਦਾ ਦਾਸ ਸਮਝਦਾ ਹੈ। ਉਹ ਪਰਮਾਤਮਾ ਨੂੰ ਬੇਨਤੀ ਕਰਦਾ ਹੈ ਕਿ ਹੇ ਭਗਵਾਨ, ਮੇਰੇ ਨਿਰਬਲ ਦਾ ਕੇਵਲ ਆਪ ਹੀ ਆਸਰਾ ਹੋ। ਭਗਤ ਦੀ ਇਹ ਨਿਮਰਤਾ ਹੀ ਉਸ ਨੂੰ ਭਗਵਾਨ ਨਾਲ ਮਿਲਾਉਂਦੀ ਹੈ। ਭਗਤੀ ਦੀ ਹੱਦ ਸੀਮਾ ਹੈ ਪੂਰਨ ਆਤਮ ਸਮਰਪਣ। ਭਗਤੀ ਦਾ ਲੱਛਣ ਕੀ ਹੈ ਕਿ ਆਪਣਾ ਆਪ ਸਮਰਪਣ ਕਰ ਦੇਣਾ, ਆਪਣੀ ਹੋਂਦ ਖਤਮ ਕਰਨੀ। ਜਦ ਕਿ ਗਿਆਨ ਮਾਰਗ ਵਿੱਚ ਅਹੰ ਗਿਆਨੀ ਦੀ ਭਾਵਨਾ ਆ ਸਕਦੀ, ਮੈਂ ਬੜਾ ਗਿਆਨੀ ਧਿਆਨੀ ਹਾਂ, ਅਤੇ ਭਾਵਨਾ ਉਸ ਨੂੰ ਥੱਲੇ ਸਿੱਟ ਸਕਦੀ ਹੈ। ਕਰਮ ਮਾਰਗ ਵਿੱਚ ਜਾਂ ਅਹੰ ਭਾਵ ਹੰਕਾਰ ਰਹਿੰਦਾ ਹੀ ਹੈ। ਜਦੋਂ ਤੱਕ ਮਨੁੱਖ ਪੂਰਨ ਰੂਪ ਵਿੱਚ ਨਿਸ਼ਕਾਮ ਨਾ ਬਣ ਜਾਏ। ਪਰ ਭਗਤੀ ਮਾਰਗ ਵਿੱਚ ਤਾਂ ਹੰਕਾਰ ਸ਼ੁਰੂ ਤੋਂ ਹੀ ਗਲਣ ਲੱਗਦਾ ਹੈ ਅਤੇ ਉੱਪਰ ਦੀਆਂ ਪੌੜੀਆਂ 'ਚ ਪਹੁੰਚ ਕੇ ਤਾਂ ਇਸ ਦਾ ਪਤਾ ਹੀ ਨਹੀਂ ਲੱਗਦਾ ਅਤੇ ਅਖੀਰ ਵਿੱਚ ਭਗਤ ਅਤੇ ਭਗਵਾਨ ਇੱਕ ਹੋ ਜਾਂਦੇ ਹਨ। ਇਸ ਲਈ ਭਗਤ ਪ੍ਰਾਪਤੀ ਦੀ ਆਧਾਰਸ਼ਿਲਾ ਭਗਤੀ ਹੈ। ਭਗਵਾਨ ਦੇ ਚਰਨ ਨੌਕਾ ਬੇੜੀ ਹਨ। ਉਹਨਾਂ ਦੇ ਚਰਨਾਂ 'ਤੇ ਸਭ ਕੁਝ ਸਮਰਪਿਤ ਕਰ ਦੇਣ ਨਾਲ ਹੀ ਉਹਨਾਂ ਦੀ ਭਗਤੀ ਦਾ ਦਰਵਾਜ਼ਾ ਖੁੱਲ੍ਹਦਾ ਹੈ। ਸਕਾਮ ਭਗਤੀ ਨਾਲ ਤਾਂ ਗਿਰਾਵਟ ਹੀ ਹੁੰਦੀ ਹੈ। ਭਗਵਾਨ ਨੂੰ ਤਾਂ ਨਿਸ਼ਕਾਮ ਭਾਵ ਨਾਲ ਧਿਆਉਣਾ ਚਾਹੀਦਾ ਹੈ। ਸੰਤ ਭੀਖਾ ਜੀ ਕਹਿੰਦੇ ਹਨ, ਪ੍ਰੀਤ ਕੀ ਜੈ ਰੀਤ ਬਖਾਨੋ,
कितना दुख सुख पड़े दे पर चरण कमल ध्यानों। किन्ना दुख सुख चरणों का ध्यान करे। भगवान दे परम भगत दे अलावा विषय का गुप्त बीज सब विच रहिंदा ही है। इसका कारण यह है कि भगत का जिम्मा भगवान आप लेंदे हन। जोगी चाहे भ्रिष्ट हो जाए, ज्ञानी चाहे डिग पवे, पर भगवान दा सच्चा भगत नहीं डिग सकता, क्योंकि उसनूं सदा भगवान दे चरणों का आसरा रहिंदा है। उसकी रखिया खुद भगवान करते हैं। जिन्होंने अपनी सारी संभाल भगवान नूं सौंप दी है, उन्होंने डर काहदा। भगवान कृष्ण कहते हैं कि एक मेरी शरण आ जा, मैं तेनों सब पापों तो मुक्त कर देवांगा। माम एक शरण ब्रज, एक मेरी शरण ग्रहण कर। इसलिए भगती मन नूं साफ करन दा सब तो बड़ा साधन है। भगवान कहते हैं कि जेकर पापी तो पापी भी दिल ला के मेरी भगती शुरू कर देवे तो उसनूं साधु ही मनना चाहिए है, पर केवल शर्त लाई है कि एक मन चित हो के लगातार उन्हां दा सिमरन करे। श्री सुखमनी ਸਾਹਿਬ जी की बाणी का फरमान है, किनका एक जिस जीव वसावै ताकि महिमा गनी ना आवे। इसलिए मन नूं धोण दे लई भगती अकसीर रसैन जो तांबे नूं सोना बना दिंदी है। भगती माता की तरह गंदे बच्चे नूं साफ अते पवित्र करती है। फिर पिता परमात्मा उसनूं अपनी गोद विच बिठा लैंदे हैं। पर भगती दे फुल प्राप्त करन दे लई दुखां दे कंडियां तो ना घबराओ। भाई रे भगतहीन काहे जग आया। जिहदे भगती ने मारा कहते उस संसार से काहदे लई आया। मौलाना रूमी कहते हैं, जेकर तेरा मन लोहे की तरह काला है तो इसनूं बार बार मांज। अजिहा करन नाल तेरा दिल साफ हो जाएगा अते इस विच परमात्मा का दर्शन प्राप्त होवेगा। श्री सुखमनी ਸਾਹਿਬ जी की बाणी का फरमान है, किनका एक जिस जीव वसावै ताकि महिमा गनी ना आवे। भाव मन नूं साफ करन नाल ही मनुख परमात्मा नूं जान सकता है अते मन नूं साफ करन दा साधन है भगती। जीव दे बंधन का कारण है माया। माया एक सुंदर इस्त्री है। कोई धीरजवान पुरख ही अजिही इस्त्री का त्याग कर सकता है, पर माया ते भगती दोनों इस्त्री रूप हैं। इसलिए इस्त्री दे रूप ते इस्त्री मोहत नहीं हो सकती। इसलिए भगती का माया विच मोह नहीं हुंदा। भगती भगवान नूं बड़ी प्यारी है। माया विचारी उसकी नाची नर्तकी भावदासी है। इसलिए भगती नूं देख के माया संकोच करती है। भगत के सामने माया का दा नहीं चलता, पर ज्ञान रूपी पुरख की यही अवस्था नहीं, क्योंकि ज्ञान पुरख रूप है। ज्ञान भगती तो ही पैदा होता है। भगतीहीन दे लई ज्ञान प्राप्ति की आसा अक तो दुध कढ़ण की इच्छा वांग है। जिमें अक तो दुध दे रंग वर्गा जहर निकलता है, उस तरह भगतीहीन जेकर मेहनत करके बाक ज्ञान प्राप्त भी कर लवे, गल्लां बातां दा बड़ा चातर बन जाए, तो वह मुमुक्षु दे लई जहर की तरह ही हुंदा है। अक दा दुध नेत्र ज्योति नाशक है, पर हरी किरपा नाल हिरदे विच बहण वाली सात्विक भगती रूपी गां दा अमृतमय दुध आत्म प्रकाश करन वाले ज्ञान दीपक दे लई घिओ दा काम करता है। इसलिए जो लोग ऐसे भगती नूं जान के भी छड्ड दिंदे हन अते सिर्फ ज्ञान दे लई मेहनत करते हैं, वो उन्हां लोकां दी तरह है जो दुध की प्राप्ति दे एकमात्र साधन काम तेन नूं छड्ड के अक दी खोज करते हैं, जिस विचों दुध दे रंग वर्गा जहर निकलता है। जिमें वो अपने पमन्नू सी ते धौम ऋषि दे कोलों सेवा करता सी, ते वो कहंदे भी तू भिखिया लैके आपे ही खा लेना, सानू छुआंदा नहीं, बंद करता। फिर कहंदे कित्थों खाना? पहलां तां कहंदे महाराज तुहाडा बचिया खा लैंदा सी। फिर कहंदे दूजी वारी ले आउणा, कहंदे तू हुण गृहस्थियां नूं जाके तंग करदा, वो भी बंद। फिर वो गऊआं चारदा हुंदा सी, पहलां 12-12 साल गऊआं चराउंदे हुंदे सी, हैं सेवा कराउणी। ते कहंदे कहंदे जिले जी गाइयां बच्चे छड्डी दो दुध चुंगदे हैं ना, तो झग रह जाती, मैं वो झग जिहड़ी वो पी लैना।
ਕਹਿੰਦੇ ਫਿਰ ਬੱਚੇ ਜਿਹੜੇ ਤੇਰੇ ਨਾਲ ਲਿਹਾਜ਼ ਕਰਕੇ ਚੱਗ 'ਚ ਦੁੱਧ ਛੱਡ ਦਿੰਦੇ ਆ, ਤੇਰਾ ਉਹ ਵੀ ਬੰਦ ਹੈ। ਹਾਂਜੀ, ਅਤੇ ਹੁਣ ਸੇਵਾ ਤਾਂ ਬੰਦ ਕੀਤੀ ਨਾ, ਗਊਆਂ ਚਾਰਨ ਜਾਂਦਾ ਸੀ। ਉਹ ਇੱਕ ਦਿਨ ਭੁੱਖ ਜ਼ਿਆਦਾ ਲੱਗੀ, ਕਿਤੇ ਉਹ ਆਖਦੇ ਡੋਡੀਆਂ ਜਾਂ ਪੱਤੇ ਖਾ ਲੈ, ਅਤੇ ਉਹਦੇ ਨਾਲ ਫਿਰ ਅੱਖਾਂ ਦੀ ਨਿਗਾਹ ਚਲੀ, ਟੁੱਟਿਆ ਜਿਹਾ ਖੂਹ 'ਚ ਬਹਿ ਗਿਆ, ਅਤੇ ਉਹ ਗਾਈਆਂ ਆ ਗਈਆਂ, ਉਹ ਆਇਆ ਨਾ, ਅਤੇ ਰਿਸ਼ੀ ਜੀ ਕਹਿੰਦੇ ਪਿਆ ਨਹੀਂ, ਪਤਾ ਨਹੀਂ ਗੁੱਸੇ ਹੋ ਗਿਆ ਵੀ ਇਹਦਾ ਖਾਣਾ ਪੀਣਾ ਬੰਦ ਕਰਤਾ। ਅਤੇ ਹੁਣ ਭਗਤੀ ਦੀ ਗੱਲ ਦੱਸਦੇ ਆ, ਉਹਦੇ ਬਚਨ ਮੰਨਣ ਦੀ ਸ਼ਰਧਾ ਕਿੰਨੀ, ਭਗਤੀ ਕਿੰਨੀ। ਅਤੇ ਉਹ ਹੁਣ ਆਪ ਭਾਲਦੇ ਫਿਰਦੇ ਆ, ਉਪਮੰਨੂ ਉਪਮੰਨੂ। ਫਿਰ ਆਵਾਜ਼ ਆਈ ਵੀ ਮਹਾਰਾਜ ਮੈਂ ਤਾਂ ਇੱਥੇ ਖੂਹ 'ਚ ਹਾਂ। ਕਹਿੰਦੇ ਇੱਥੇ ਕਰਦਾ, ਕਹਿੰਦੇ ਮਹਾਰਾਜ ਭੁੱਖ ਲੱਗੀ ਸੀ, ਮੈਂ ਉਹ ਅੱਕ ਦੀਆਂ ਡੋਡੀਆਂ ਖਾ ਲਈਆਂ, ਜੋਤ ਚਲ ਗਈ। ਉਹਨੇ ਫਿਰ ਖੂਹ 'ਚੋਂ ਕੱਢਿਆ, ਕਹਿੰਦੇ ਤੂੰ ਅਸ਼ਵਨੀ ਕੁਮਾਰਾਂ ਨੂੰ ਚੇਤੇ ਕਰ, ਉਹ ਵੈਦਾਂ ਦੇ ਗੁਰੂ ਆ, ਉੱਥੋਂ ਵੈਦ ਪੁਣਾ ਪੈਦਾ ਹੋਇਆ। ਜਿਹੜੇ ਚੇਤੇ ਕੀਤਾ ਉਹਨੇ, ਅਤੇ ਉਹ ਨਿਗਾਹ ਦੇ ਦਿੱਤੀ। ਹਾਂਜੀ, ਅਤੇ ਉੱਥੇ ਦੱਸਿਆ ਵੀ ਭਗਤੀ ਦੇ ਵਿੱਚ ਏਡੀ ਵੱਡੀ ਤਾਕਤ ਆ। ਜੋ ਕਮਾਉਣਾ ਬੜਾ ਸਮਾਂ ਲੈਂਦਾ ਹੈ ਅਤੇ ਹਰ ਇੱਕ ਦੇ ਵੱਸ ਦਾ ਰੋਗ ਨਹੀਂ, ਇਸ ਲਈ ਤੰਦਰੁਸਤੀ ਆਦਿ ਦੀ ਜ਼ਰੂਰਤ ਹੈ। ਪਰ ਭਗਤੀ ਤਾਂ ਬਾਲਕ, ਬੁੱਢਾ, ਜਵਾਨ, ਇਸਤਰੀ ਸਭ ਕਰ ਸਕਦੇ ਹਨ। ਪ੍ਰੇਮ ਵਿੱਚ ਭਗਤੀ ਦੀ ਬਹੁਤ ਸ਼ਕਤੀ ਵੀ ਬਹੁਤ ਹੈ। ਕਹਿੰਦੇ ਹਨ ਪ੍ਰੇਮ ਪਚਾਵੇ ਉਸ ਜਗ੍ਹਾ ਜਹਾਂ ਨ ਪਹੁੰਚਿਆ ਕੋਏ, ਪ੍ਰੇਮੀ ਪ੍ਰੀਤ ਬੜਾਏ ਕਿ ਖੁਦ ਪ੍ਰੀਤਮ ਹੋਏ। ਈਮਾਨ ਸਲਾਮਤ ਹਰ ਕੋਈ ਮੰਗੇ, ਇਸ਼ਕ ਸਲਾਮਤ ਕੋਈ ਹੋ, ਜਿਸ ਮਜਲ ਨੂੰ ਇਸ਼ਕ ਪਚਾਵੇ ਈਮਾਨ ਖਬਰ ਨਾ ਕੋਈ ਹੋ। ਇਸ ਤਰ੍ਹਾਂ ਸੁਲਤਾਨ ਬਾਹੂ ਉਹ ਵੀ ਕਹਿੰਦੇ ਆ, ਜਿਹੜਾ ਆਪਣੇ ਇਮਾਨ ਧਰਮ ਨੂੰ ਕਾਇਮ ਰੱਖਣਾ, ਹਾਂਜੀ, ਅਤੇ ਆਪਣੇ ਪ੍ਰੇਮ ਨੂੰ ਸਲਾਮਤ ਕੋਈ ਰੱਖਦਾ, ਕਹਿੰਦੇ ਮਜਲ 'ਤੇ ਪ੍ਰੇਮ ਪਹੁੰਚਾਉਂਦਾ। ਇਸ ਕਰਕੇ ਕਹਿੰਦੇ ਉਹ ਜਿਹੜੇ ਸ਼ਰਈ ਲੋਕ, ਉਹਨਾਂ ਨੂੰ ਇਹ ਖਬਰ ਨਹੀਂ। ਭਗਤੀ ਦੇ ਅੰਗ ਜਾਂ ਸਹਾਇਕ, ਭਗਤੀ ਤੋਂ ਪੈਦਾ ਹੋਣ ਲਈ ਜ਼ਰੂਰੀ ਗੁਣ। ਹੁਣ ਅਸੀਂ ਭਗਤੀ ਦੀ ਪ੍ਰਾਪਤੀ ਦੇ ਸਾਧਨਾਂ ਦਾ ਵਰਣਨ ਕਰਾਂਗੇ ਕਿ ਭਗਤੀ ਦੀ ਪ੍ਰਾਪਤੀ ਦੇ ਲਈ ਕਿਹੜੀਆਂ ਕਿਹੜੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ ਅਤੇ ਭਗਤੀ ਕਿਵੇਂ ਪ੍ਰਾਪਤ ਹੋ ਸਕਦੀ ਹੈ। ਹਰ ਇੱਕ ਪੌਦਾ ਉੱਗਣ ਦੇ ਲਈ ਵਿਸ਼ੇਸ਼ ਤਰ੍ਹਾਂ ਦਾ ਜਲਵਾਯੂ ਅਤੇ ਭੂਮੀ ਦੇ ਵਿਸ਼ੇਸ਼ ਗੁਣ ਚਾਹੁੰਦਾ ਹੈ, ਜਿਨ੍ਹਾਂ ਦੇ ਨਾ ਹੋਣ 'ਤੇ ਉਹਦਾ ਉੱਗਣਾ ਅਸੰਭਵ ਹੈ। ਇਸ ਤਰ੍ਹਾਂ ਭਗਤੀ ਵੀ ਜਿਸ ਦਿਲ ਵਿੱਚ ਜਨਮ ਲੈਂਦੀ ਹੈ, ਉਸ ਵਿੱਚ ਕੁਝ ਗੁਣਾਂ ਦਾ ਹੋਣਾ ਜ਼ਰੂਰੀ ਹੈ, ਨਹੀਂ ਤਾਂ ਉਸ ਦਿਲ ਵਿੱਚ ਭਗਤੀ ਦਾ ਕਦੀ ਪ੍ਰਵੇਸ਼ ਨਹੀਂ ਹੋਵੇਗਾ। ਭਗਤੀ ਦੇ ਪੈਦਾ ਹੋਣ ਦੇ ਲਈ ਜ਼ਰੂਰੀ ਗੱਲਾਂ ਹੇਠ ਲਿਖੀਆਂ ਹਨ। ਵਿਰਾਗ ਅਤੇ ਤਿਆਗ। ਨੰਬਰ 1, ਭਗਤੀ ਦੀ ਪ੍ਰਾਪਤੀ ਲਈ ਸੰਸਾਰ ਅਤੇ ਉਸ ਦੇ ਪਦਾਰਥਾਂ ਦੇ ਮੋਹ ਦਾ ਤਿਆਗ ਕਰਨਾ ਜ਼ਰੂਰੀ ਹੈ। ਇਹਨਾਂ ਪਦਾਰਥਾਂ ਤੋਂ ਦੂਰ ਰਹੋ। ਇਹਨਾਂ ਦੇ ਭੋਗਣ ਦਾ ਖਿਆਲ ਜਾਂ ਇੱਛਾ ਨੂੰ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ, ਕਿਉਂਕਿ ਮਨ ਵਿੱਚ ਚੀਜ਼ ਦਾ ਚਿੰਤਨ, ਜਿਸ ਚੀਜ਼ ਦਾ ਚਿੰਤਨ ਕਰਦਾ ਹੈ ਉਸ ਦਾ ਉਸ ਚੀਜ਼ ਨਾਲ ਲਗਾਓ ਹੋ ਜਾਂਦਾ ਹੈ। ਜੇਕਰ ਮਨ ਵਿੱਚ ਭੋਗਾਂ ਦੀ ਜਰਾ ਵੀ ਇੱਛਾ ਬਣੀ ਰਹਿੰਦੀ ਹੈ ਤਾਂ ਉਸ ਮਨ ਵਿੱਚ ਭਗਤੀ ਦਾ ਪੌਦਾ ਉੱਗ ਨਹੀਂ ਸਕਦਾ ਅਤੇ ਉਸ ਦੇ ਪ੍ਰੇਮ ਦੀ ਧਾਰਾ ਭਗਵਾਨ ਵੱਲ ਨਹੀਂ ਵਹਿ ਸਕਦੀ। ਵਾਸ਼ਨਾ ਹੀ ਭਗਤੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਇਹ ਭਗਤ ਤੇ ਭਗਵਾਨ ਦੇ ਵਿਚਕਾਰ ਕੰਧ ਬਣ ਕੇ ਖੜੀ ਹੋ ਜਾਂਦੀ ਹੈ। ਭਗਤੀ ਸਾਧਨ ਤਾਂ ਵਿਸ਼ੇ ਤਿਆਗ, ਤਰਕ ਲਿਜਾਤ, ਤਰਕਾਂ ਛੱਡਣੀਆਂ, ਦਲੀਲਾਂ ਛੱਡਣੀਆਂ ਅਤੇ ਸੰਗ ਤਿਆਗ, ਤਰਕ ਉਲਫ ਨਾਲ ਹੁੰਦਾ ਹੈ। ਇਸ ਕਰਕੇ ਜਿਹੜੇ ਕੁਤਰਕੀ ਬੰਦੇ ਉਹ ਕੀ ਲੈਣਗੇ? ਜਿਸ ਮਨੁੱਖ ਦਾ ਪ੍ਰੇਮ ਵਿਸ਼ਿਆਂ ਵੱਲ ਵਹਿੰਦਾ ਹੈ ਉਹ ਪ੍ਰੇਮ ਕਾਮਕ ਹੁੰਦਾ ਹੈ ਅਤੇ ਉਹ ਮਨੁੱਖ ਭਗਵਾਨ ਤੋਂ ਦੂਰ ਰਹਿੰਦਾ ਹੈ। ਅਤੇ ਜਦ ਉਹੀ ਪ੍ਰੇਮ ਵਿਸ਼ਿਆਂ ਤੋਂ ਵੱਲੋਂ ਹਟ ਕੇ ਭਗਵਾਨ ਵੱਲ ਵਹਿਣ ਲੱਗਦਾ ਹੈ ਤਾਂ ਉਹ ਭਗਤੀ ਕਹਾਉਂਦਾ ਹੈ। ਕਾਮ ਅਤੇ ਭਗਤੀ ਵਿੱਚ ਕੇਵਲ ਰੁੱਖ ਦਾ ਹੀ ਫਰਕ ਹੈ। ਪ੍ਰੇਮ ਨੂੰ ਵਿਸ਼ਿਆਂ ਤੋਂ ਹਟਾ ਕੇ ਭਗਵਾਨ ਵੱਲ ਲਗਾਉਣਾ ਇਹ ਭਗਵਤ ਪ੍ਰਾਪਤੀ ਦਾ ਸਹਿਜ ਮਾਰਗ ਹੈ। ਕਹਿੰਦੇ ਹਨ ਬੋਲਿਆ ਰੱਬ ਦਾ ਕੀ ਪਾਵਨਾ, ਇੱਧਰੋਂ ਪੁੱਟ ਕੇ ਉੱਧਰ ਲਾਵਣਾ। ਤਿਆਗੀ ਨੂੰ ਤਾਂ ਭੋਜਨ ਦੀ ਚਿੰਤਾ ਵੀ ਨਹੀਂ ਕਰਨੀ ਚਾਹੀਦੀ, ਉਸ ਨੂੰ ਪਰਾਰਬਧ 'ਤੇ ਛੱਡ ਦੇਣਾ ਚਾਹੀਦਾ ਹੈ। ਜੇਕਰ ਪਰਾਰਬਧ ਵਿੱਚ ਨਹੀਂ ਤਾਂ ਸਭ ਭੋਗ ਸਮੱਗਰੀ ਹੁੰਦੇ ਹੋਏ ਵੀ ਇਸ ਤੋਂ ਖਾਲੀ ਰਹਿਣਾ ਪਵੇਗਾ। ਜਿਵੇਂ ਜੇਕਰ ਮਨੁੱਖ ਬਿਮਾਰ ਪੈ ਜਾਵੇ ਤਾਂ ਚੰਗੇ ਤੋਂ ਚੰਗੇ ਭੋਗ ਵੀ ਉਹਦੇ ਸਾਹਮਣੇ ਪਏ ਰਹਿੰਦੇ ਹਨ, ਪਦਾਰਥ ਪਏ ਰਹਿੰਦੇ, ਚਿੱਤ ਥੋੜ੍ਹੀ ਕਰਦਾ, ਪਰ ਉਹਨਾਂ ਦਾ ਭੋਗ ਨਹੀਂ ਕਰ ਸਕਦਾ। ਪ੍ਰਭੂ ਪ੍ਰਾਪਤੀ ਲਈ ਤਾਂ ਆਪਣੀ ਪਿਆਰੀ ਤੋਂ ਪਿਆਰੀ ਵਸਤੂ ਦਾ ਤਿਆਗ ਕਰਨਾ ਜ਼ਰੂਰੀ ਹੈ, ਨਹੀਂ ਤਾਂ
ਉਹਨਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤਿਆਗੀ ਹੋਣ ਵਾਲਾ ਵੇਸ਼ਿਆਂ ਦੇ ਸੇਵਨ ਦੀ ਇੱਛਾ ਨਹੀਂ ਰੱਖਦਾ, ਉਹ ਤਾਂ ਸੰਸਾਰ ਦੇ ਸਭ ਵੇਸ਼ਾਂ ਨੂੰ ਲੱਤ ਮਾਰ ਦਿੰਦਾ ਹੈ। ਪ੍ਰੇਮ ਮਦ ਪੀਣ ਵਾਲੇ ਦੇ ਸਾਹਮਣੇ ਸੰਸਾਰ ਦੇ ਸਭ ਨਸ਼ੇ ਤੁੱਛ ਹਨ। ਜੇਕਰ ਮਨ ਵਿੱਚ ਕਿਸੇ ਚੀਜ਼ ਨੂੰ ਭੋਗਣ ਦੀ ਇੱਛਾ ਬਣੀ ਰਹੇ ਤਾਂ ਉਹ ਸੱਚਾ ਤਿਆਗ ਨਹੀਂ ਹੈ। ਦਿਲ ਦਾ ਮੰਦਰ ਬਹੁਤ ਛੋਟਾ ਹੈ, ਇਸ ਵਿੱਚ ਦੋ ਚੀਜ਼ਾਂ ਨਹੀਂ ਸਮਾ ਸਕਦੀਆਂ। ਜਿਸ ਦਿਲ ਵਿੱਚ ਵੇਸ਼ਿਆਂ ਨਾਲ ਪ੍ਰੇਮ ਹੋਵੇ ਉੱਥੇ ਪ੍ਰਭੂ ਭਗਤੀ ਨਹੀਂ ਸਮਾ ਸਕਦੀ, ਅਤੇ ਜਿਸ ਦਿਲ ਵਿੱਚ ਈਸ਼ਵਰ ਭਗਤੀ ਹੈ ਉੱਥੇ ਕਾਮ ਵਾਸ਼ਨਾ ਨਹੀਂ ਰਹਿ ਸਕਦੀ। ਨੰਬਰ 2, ਨਿਰੰਤਰ ਭਜਨ ਜਾਂ ਅਭਿਆਸ। ਤੁਲਸੀਦਾਸ ਜੀ ਕਹਿੰਦੇ ਹਨ, ਬਿਨਾਂ ਭਜਨ ਦੇ ਸੰਸਾਰ ਸਾਗਰ ਤੋਂ ਪਾਰ ਉਤਰਨਾ ਅਸੰਭਵ ਹੈ। ਇਸ ਲਈ ਭਗਤੀ ਦੀ ਪ੍ਰਾਪਤੀ ਲਈ ਲਗਾਤਾਰ ਭਜਨ ਜ਼ਰੂਰੀ ਹੈ। ਭਜਨ ਨੂੰ ਹੀ ਅਭਿਆਸ ਕਹਿੰਦੇ ਹਨ। ਇਸ ਲਈ ਸਰੀਰ ਦੀਆਂ ਜਿੰਨੀਆਂ ਵੀ ਕਿਰਿਆਵਾਂ ਹਨ, ਜਿਵੇਂ ਖਾਂਦੇ, ਨਹਾਉਂਦੇ ਜਾਂ ਜੀਵਨ ਦੇ ਦੂਸਰੇ ਕਰਤੱਵਾਂ ਦਾ ਪਾਲਣ ਕਰਦੇ ਸਮੇਂ ਨਾਲ ਹੀ ਭਗਵਾਨ ਨੂੰ ਲਗਾਤਾਰ ਯਾਦ ਰੱਖਣਾ ਚਾਹੀਦਾ ਹੈ। ਆਪਣਾ ਸੇਵਾ ਵੀ ਕਰੋ, ਬਾਣੀ ਵੀ ਪੜ੍ਹੋ। ਇਸ ਤਰ੍ਹਾਂ ਭਗਵਾਨ ਨੂੰ ਯਾਦ ਰੱਖਣ ਨਾਲ ਤੁਹਾਡੇ ਸਭ ਕੰਮ ਭਜਨ ਜਾਂ ਪੂਜਾ ਬਣ ਜਾਣਗੇ। ਜੇ ਤੁਸੀਂ ਹਰ ਸਮੇਂ ਭਗਵਾਨ ਦੇ ਸਰੂਪ ਦਾ ਧਿਆਨ ਨਹੀਂ ਕਰ ਸਕਦੇ ਤਾਂ ਉਸ ਦੇ ਨਾਮ ਨੂੰ ਹਮੇਸ਼ਾ ਯਾਦ ਰੱਖੋ। ਉਹਦਾ ਨਾਮ ਯਾਦ ਰੱਖਣ ਨਾਲ ਮਨ ਅਤੇ ਪ੍ਰਾਣਾਂ ਦੀ ਸ਼ੁੱਧੀ ਹੋ ਜਾਂਦੀ ਹੈ। ਇਸ ਸ਼ੁੱਧੀ ਨਾਲ ਭਗਵਾਨ ਦੇ ਚਰਨਾਂ ਨਾਲ ਆਨੰਦ ਪੱਕਾ ਪ੍ਰੇਮ ਹੋ ਜਾਵੇਗਾ। ਇਸ ਲਈ ਤੇਲ ਧਾਰਾ ਦੇ ਵਾਂਗੂ ਜੀਵਨ ਦਾ ਬਹਾਓ ਭਗਵਾਨ ਦੇ ਵੱਲ ਜਾਰੀ ਰੱਖੋ, ਨਹੀਂ ਤਾਂ ਭਗਤੀ ਦੇ ਸਫਲ ਹੋਣ ਵਿੱਚ ਨਾ ਕੇਵਲ ਦੇਰੀ ਲੱਗੇਗੀ, ਸਗੋਂ ਵਿਘਨ ਪੈਣ ਦਾ ਵੀ ਡਰ ਹੈ। ਕਿਉਂਕਿ ਭਗਵਾਨ ਨੂੰ ਭੁੱਲ ਜਾਣ ਨਾਲ ਮਨ ਵਿਸ਼ਿਆਂ ਵੱਲ ਦੌੜਨਾ ਸ਼ੁਰੂ ਕਰ ਦੇਵੇਗਾ। ਇਸ ਲਈ ਖਿਨ ਕਰਕੇ ਜੀਵਨ ਨਸ਼ਟ ਨਾ ਕਰੋ। ਭਜਨ ਦੇ ਲਈ ਅੱਜ ਕੱਲ੍ਹ ਨਾ ਕਰੋ, ਇਸ ਖਿਆਲ ਨਾਲ ਕਿ ਜਦੋਂ ਸੰਸਾਰ ਦੇ ਝੰਜਟਾਂ ਤੋਂ ਮੁਕਤ ਹੋਵਾਂਗਾ ਤਾਂ ਭਗਵਾਨ ਨੂੰ ਯਾਦ ਕਰ ਲਵਾਂਗਾ। ਉਹ ਨਾਰਦ ਜੀ ਸੀ ਨਾ, ਕਹਿੰਦੇ ਸੇਠ ਜੀ ਹੁਣ ਭਜਨ ਕਰੋ, ਬਥੇਰੀ ਕਮਾਈ ਕਰ ਲਈ। ਲਓ ਮਹਾਰਾਜ, ਬਸ ਹੁਣ ਮੁੰਡੇ ਦਾ ਵਿਆਹ ਕਰ ਦੇਣਾ ਅਤੇ ਸਾਰਾ ਦੁਕਾਨਾਂ ਜਿੰਨਾ ਸਿਲਸਿਲਾ ਇਹਨੂੰ ਸੰਭਾਲ ਕੇ ਆਪਾਂ ਭਜਨ ਕਰਾਂਗੇ, ਫਿਰ ਤੁਹਾਡੇ ਨਾਲ ਹੀ ਰਿਹਾ ਕਰਾਂਗੇ। ਫਿਰ ਆ ਗਿਆ ਵੀ ਹੁਣ ਬਸ ਹੁਣ ਮਹਾਰਾਜ ਆਪਣੇ ਮੰਗਣੀ ਹੋ ਗਈ ਹੈ ਅਤੇ ਵਿਆਹ, ਫਿਰ ਆ ਗਿਆ ਵਿਆਹ ਹੋ ਗਿਆ। ਹੁਣ ਮਹਾਰਾਜ ਦੇ ਬੱਚਾ ਹੋਇਆ, ਛੂਛਕੜਾ ਛਾਛਕੜਾ ਦੇ ਦਈਏ ਹੈਂ। ਜਦ ਨੂੰ ਸੇਠ ਹੁਣੀ ਮਰ ਗਏ ਅਤੇ ਝੰਡੇ ਨੀਵੇਂ ਹੋ ਗਏ ਹੈਂ। ਇਸ ਤਰ੍ਹਾਂ ਅੱਜ ਕੱਲ੍ਹ ਕਰਦਿਆਂ ਬੰਦਾ ਤੁਰ ਜਾਂਦਾ, ਕਰਾਂਗੇ। ਪਰ ਮਹਾਰਾਜ ਕਹਿੰਦੇ ਨਾ, ਕਬੀਰ ਕਾਲ ਕਰਾਂਤਾ ਬੇਕਾਰ ਆਵੇ ਕਰਾਂਤਾ ਸੋਏ ਤਾਲ, ਪਾਛੇ ਕੁਝ ਨਾ ਹੋਗਾ ਜੋ ਸਿਰ ਪਰ ਆਵੇ ਕਾਲ। ਉਹ ਜਿਹੜੇ ਫਿਰ ਅੱਜ ਕੱਲ੍ਹ ਕਰਨ ਵਾਲੇ ਨਾ, ਉਹ ਨਹੀਂ ਕੁਝ ਵੀ ਪ੍ਰਾਪਤ ਕਰ ਸਕਦੇ। ਕਿ ਜਦੋਂ ਸੰਸਾਰ ਝੰਜਟਾਂ ਤੋਂ ਮੁਕਤ ਹੋਵਾਂ, ਝੰਜਟ ਤਾਂ ਮੁੱਕਣਾ ਹੀ ਨਹੀਂ। ਧੰਦਾ ਕਿਸੇ ਨੇ ਜਿੱਤਿਆ, ਸਭ ਧੰਦੇ ਹਾਰੀ, ਤਾਂ ਭਗਵਾਨ ਨੂੰ ਯਾਦ ਕਰ ਲਵਾਂਗਾ। ਇਹ ਖਿਆਲ ਦਿਲ ਵਿੱਚੋਂ ਕੱਢ ਦਿਓ। ਕੰਮ ਪੂਰਾ ਕਰਨ ਤੋਂ ਬਾਅਦ ਮੈਂ ਭਜਨ ਸ਼ੁਰੂ ਕਰਾਂਗਾ। ਦਿਲ ਵਿੱਚ ਇਹ ਖਿਆਲ ਨਾ ਰੱਖੋ ਕਿ ਮੈਂ ਤਾਂ ਜਵਾਨ ਹਾਂ, ਮੇਰੇ ਖੇਲਣ ਖਾਣ ਅਤੇ ਮਜ਼ੇ ਕਰਨ ਦੇ ਦਿਨ ਹਨ, ਮੈਂ ਬਜ਼ੁਰਗ ਹੋ ਕੇ ਭਜਨ ਕਰਾਂਗਾ। ਪਹਿਲੀ ਗੱਲ ਤਾਂ ਇਹ ਹੈ, ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਹਨ। ਇੱਕ ਇੱਛਾ ਪੂਰੀ ਹੋਣ 'ਤੇ ਦੂਜੀ ਇੱਛਾ ਪੈਦਾ ਹੋ ਜਾਂਦੀ ਹੈ। ਇਸ ਤਰ੍ਹਾਂ ਭਜਨ ਸ਼ੁਰੂ ਕਰਨ ਦਾ ਸਮਾਂ ਹੀ ਨਹੀਂ ਮਿਲਦਾ ਅਤੇ ਨਾ ਹੀ ਭਜਨ ਕਰਨ ਦਾ ਦਿਲ ਵਿੱਚ ਖਿਆਲ ਹੀ ਆਉਂਦਾ ਹੈ। ਕੌਣ ਕਹਿ ਸਕਦਾ ਹੈ ਕਿ ਜਿਹੜੇ ਹਾਲਾਤਾਂ ਦੀ ਤੁਸੀਂ ਉਡੀਕ ਵਿੱਚ ਹੋ ਉਹ ਆਉਣ ਜਾਂ ਨਾ ਆਉਣ? ਕੀ ਪਤਾ ਸਾਹ ਆਉਣਾ ਕਿ ਨਹੀਂ ਆਉਣਾ। ਤੀਸਰਾ ਹੋ ਸਕਦਾ ਹੈ ਕਿ ਉਸ ਸਮੇਂ ਤੱਕ ਤੁਹਾਡਾ ਨਿਸ਼ਾਨਾ ਹੀ ਬਦਲ ਜਾਵੇ ਅਤੇ ਭਜਨ ਕਰਨ ਨੂੰ ਦਿਲ ਹੀ ਨਾ ਕਰੇ। ਚੌਥਾ, ਕੀ ਵਿਸ਼ਵਾਸ ਹੈ ਕਿ ਤੁਸੀਂ ਜਵਾਨੀ ਵਿੱਚ ਨਹੀਂ ਮਰੋਗੇ ਅਤੇ ਬੁਢਾਪਾ ਆਵੇ ਹੀ ਨਾ? ਫਿਰ ਕੀ ਵਿਸ਼ਵਾਸ ਹੈ ਕਿ ਬੁਢਾਪੇ ਵਿੱਚ ਸਿਹਤ ਠੀਕ ਰਹੇਗੀ ਕਿ ਨਹੀਂ? ਅਤੇ ਜੇ ਬਿਮਾਰ ਹੋ ਗਿਆ ਫਿਰ ਤਾਂ ਬਿਮਾਰੀ ਦਾ ਹੀ ਭਜਨ ਹੋਊਗਾ ਹਾਂਜੀ। ਅਤੇ ਭਜਨ ਹੋ ਸਕੇਗਾ ਬੁਢਾਪੇ ਵਿੱਚ, ਹੋ ਵੀ ਕੀ ਸਕਦਾ ਹੈ। ਘਰ ਨੂੰ ਅੱਗ ਲੱਗਣ 'ਤੇ ਖੂਹ ਪੁੱਟਣ ਦਾ ਕੀ ਲਾਭ ਹੈ। ਇਸ ਲਈ ਅਨੁਕੂਲ ਹਾਲਤ ਅਤੇ ਸਮੇਂ ਦੀ ਉਡੀਕ ਕੀਤੇ ਬਿਨਾਂ ਭਜਨ ਵਿੱਚ ਲੱਗ ਜਾਓ। ਕਹਿੰਦੇ ਹਨ, ਨਾਰਾਇਣ ਹਰ ਭਜਨ ਮੈਂ ਤੂੰ ਜਿਤ ਦੇਰ ਲਗਾਏ ਹੈਂ, ਨਾ ਜਾਣੇ ਜਾਂ ਦੇਰ ਮੈਂ ਸਵਾਸ ਆਏ ਕਿ ਜਾਏ। ਇਹ ਸਵਾਸ ਹੋਣਾ ਕਿ ਚਲੇ ਜਾਣਾ ਹੈਂ, ਤੂੰ ਦੇਰੀ ਕਰਿਆ ਹੁਣ ਥੋੜ੍ਹੀ ਮੌਤ ਨੇ ਥੋੜ੍ਹੀ ਤੈਨੂੰ ਉਡੀਕਣਾ ਹੈਂ। ਹੁਣ ਤਾਂ ਕਦੋਂ ਆ ਕੇ ਸੰਗੀ ਫੜ ਲੈਣੀ। ਤੂੰ ਭਜਨ ਕਰ ਲਾ, ਸਮਾਂ ਮਿਲਿਆ ਹੈਂ, ਹੁਣ ਤਾਂ ਮਿਲਿਆ, ਗ੍ਰੇਸ ਤੋਂ ਫਰੀ ਹੋ ਗਏ ਆ, ਲੱਗ ਕੇ ਅਤੇ ਆਪਣਾ ਇੱਧਰ ਨੂੰ ਟਾਈਮ ਲਾਓ ਹੈਂ। ਅਤੇ ਜੇ ਗਿੱਦੜ ਵਾਂਗ ਪਿੱਛੇ ਨੂੰ ਝਾਕੀ ਜਾਓ ਹੈਂ, ਇਹ ਕੀੜਿਆਂ 'ਚ ਪੈ ਕੇ ਅਤੇ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਇੱਕ ਵਾਰ ਇੱਕ ਸ਼ਹਿਦ ਦੀ ਮੱਖੀ ਕਮਲ ਦੇ ਫੁੱਲ ਦੀ ਮਿੱਠੀ ਖੁਸ਼ਬੂ 'ਤੇ ਮਸਤ ਹੋ ਗਈ। ਸੂਰਜ ਢਲਣ 'ਤੇ ਕਮਲ ਦਾ ਫੁੱਲ ਬੰਦ ਹੋ ਜਾਂਦਾ ਹੈ। ਸ਼ਾਮ ਦੇ ਸਮੇਂ ਫੁੱਲ ਬੰਦ ਹੋ ਗਿਆ
ਅਤੇ ਮੱਖੀ ਜਿਸ ਵਿੱਚ ਸਖਤ ਤੋਂ ਸਖਤ ਲੱਕੜ ਵਿੱਚ ਸਰਾਖ ਕਰਕੇ ਨਿਕਲ ਜਾਣ ਦਾ ਬਲ ਹੈ, ਉਹ ਫੁੱਲ ਦੀਆਂ ਪੱਤੀਆਂ ਵਿੱਚ ਬੰਦ ਹੋ ਗਈ। ਲੱਕੜ ਦਾ ਸਰਾਖ ਕਰ ਦਿੰਦੀ ਹੈ ਕਿ ਫੁੱਲ 'ਚ ਬੰਦ ਹੋ ਗਈ, ਅਤੇ ਵਿਚਾਰ ਕਰਨ ਲੱਗੀ ਕਿ ਜਦ ਸੂਰਜ ਦੀਆਂ ਕਿਰਨਾਂ ਕਮਲ ਫੁੱਲ 'ਤੇ ਪੈਣਗੀਆਂ, ਫੁੱਲ ਖਿੜਨ 'ਤੇ ਮੈਂ ਇਸ ਵਿੱਚੋਂ ਬਾਹਰ ਨਿਕਲ ਜਾਵਾਂਗੀ, ਤਦ ਤੱਕ ਮੈਨੂੰ ਇਹਦਾ ਅੰਮ੍ਰਿਤ ਪਾਨ ਕਰਨ ਦਿਓ। ਮੱਖੀ ਇਹ ਵਿਚਾਰ ਕਰ ਹੀ ਰਹੀ ਸੀ, ਇੱਕ ਮਸਤ ਹਾਥੀ ਆਇਆ, ਉਸਨੇ ਕਮਲ ਦੀ ਡੋਡੀ ਨਾਲੋਂ ਤੋੜ ਕੇ ਮੂੰਹ ਵਿੱਚ ਪਾ ਲਿਆ ਅਤੇ ਮੱਖੀ ਦੇ ਹੱਥੇ ਦੰਦਾਂ ਵਿੱਚ ਪਿਸ ਗਈ। ਉਹ ਦੰਦਾਂ ਵਿੱਚ ਪੀਸੀ ਗਈ। ਮੱਖੀ ਦੀ ਆਜ਼ਾਦ ਹੋਣ ਦੀ ਇੱਛਾ ਦਿਲ ਵਿੱਚ ਹੀ ਰਹਿ ਗਈ। ਇਸ ਲਈ ਭਜਨ ਵਿੱਚ ਅੱਜ ਕੱਲ੍ਹ ਨਾ ਕਰੋ, ਪਤਾ ਨਹੀਂ ਕਦੋਂ ਮੌਤ ਆ ਜਾਵੇ ਅਤੇ ਤੁਸੀਂ ਹੱਥ ਮਲਦੇ ਰਹਿ ਜਾਓ। ਭਗਤ ਨੂੰ ਜੇਕਰ ਤਿੰਨਾਂ ਲੋਕਾਂ ਦੀ ਦੌਲਤ ਵੀ ਦਿੱਤੀ ਜਾਵੇ ਕਿ ਉਹ ਇਹਦੇ ਬਦਲੇ ਭਗਵਾਨ ਦੇ ਚਰਨ ਕਮਲਾਂ ਦੀ ਯਾਦ ਇੱਕ ਛਿਣ ਲਈ ਛੱਡ ਦੇਵੇ, ਤਾਂ ਉਹ ਇਸ ਗੱਲ ਨੂੰ ਕਦੀ ਨਹੀਂ ਮੰਨੇਗਾ। ਹੁਣ ਮਤੀ ਦਾ ਹਦਿਆਰਾ ਫਿਰਿਆ ਮੰਨੇ, ਮਨੀ ਸਿੰਘ ਦੇ ਬੰਦ ਘੱਟ ਹੋਏ ਮੰਨੇ, ਸੁਭਾਸ਼ ਸਿੰਘ ਸਵੇਰ ਸਿੰਘ ਚਰਖ ਟੁੰਬੇ ਹੋ ਗਏ ਮੰਨੇ, ਬਥੇਰੇ ਲਾਲਚ ਦਿੰਦੇ ਸੀ ਮੁਸਲਮਾਨ ਹੋ ਜਾਓ, ਜਾਨ ਬਚ ਜਾਊਗੀ। ਉਹ ਕਹਿੰਦੇ ਵੀ ਮੁਸਲਮਾਨ ਹੋ ਕੇ ਨਹੀਂ ਮਰਾਂਗੇ, ਮੌਤ ਤਾਂ ਫਿਰ ਵੀ ਹੋਣੀ, ਅਤੇ ਫਿਰ ਕਿਉਂ ਨਾ ਗੁਰੂ ਦੇ ਸਨਮੁਖ ਹੋ ਕੇ ਆਪਣੇ ਧਰਮ ਕਰਮ 'ਚ ਰਹਿੰਦੇ ਸ਼ਹੀਦ ਹੋਈਏ। ਜੋ ਚੀਜ਼ ਪਿਆਰੀ ਹੁੰਦੀ ਹੈ ਉਹਦਾ ਨਾਮ ਪਿਆਰਾ ਲੱਗਦਾ ਹੈ। ਭਗਤੀ ਦਾ ਸੁਭਾਅ ਹੈ ਕਿ ਨਾਮੀ ਭਗਵਾਨ ਦੇ ਨਾਲ ਨਾਮ ਨੂੰ ਵੀ ਪਿਆਰ ਕਰਨਾ। ਇਸ ਲਈ ਭਗਤ ਆਪਣੀ ਰਸਨਾ ਨਾਲ ਨਾਮ ਦਾ ਰਸ ਪੀਂਦਾ ਹੈ। ਉਹ ਨਾਮ ਨੂੰ ਹੀ ਆਪਣਾ ਧਨ ਅਤੇ ਬਲ ਸਮਝਦਾ ਹੈ। ਨਾਮ ਦੇ ਚਰਨ ਮਾਤਰ ਨਾਲ ਜਾਂ ਸੁਣਨ ਮਾਤਰ ਨਾਲ ਹੀ ਉਹਨਾਂ ਦੇ ਰੌਂਗਟੇ ਖੜੇ ਹੋ ਜਾਂਦੇ ਹਨ ਅਤੇ ਦਿਲ ਵਿੱਚ ਪ੍ਰੇਮ ਠਾਠਾਂ ਮਾਰਨ ਲੱਗਦਾ ਹੈ ਅਤੇ ਅੱਖਾਂ ਵਿੱਚੋਂ ਅਥਰੂ ਵਹਿਣ ਲੱਗਦੇ ਹਨ। ਜੇਕਰ ਅਜਿਹੀ ਹਾਲਤ ਨਾ ਹੋਵੇ ਤਾਂ ਉਹ ਭਗਤ ਨਹੀਂ। ਭਗਤ ਨੂੰ ਆਪਣੇ ਪਿਆਰੇ ਦੇ ਸਭ ਨਾਮੋ ਨਿਸ਼ਾਨ ਪਿਆਰੇ ਲੱਗਦੇ ਹਨ। ਉਸ ਨੂੰ ਹਰ ਨਾਮ ਮਿੱਠਾ ਲੱਗਦਾ ਹੈ। ਉਹ ਨਾਮ ਵਿੱਚ ਫਰਕ ਦੀ ਥਾਵੇਂ ਨਾਮ ਵਿੱਚ ਏਕਤਾ ਮਹਿਸੂਸ ਕਰਦਾ ਹੈ। ਭਗਤ ਲਈ ਨਾਮ ਹੀ ਸਵਰਗ ਹੈ। ਜਿਵੇਂ ਭੁੱਖੇ ਨੂੰ ਖਾਣ ਦਾ ਸਵਾਦ ਆਉਂਦਾ ਹੈ, ਉਸੇ ਤਰ੍ਹਾਂ ਨਾਮ ਨੂੰ ਲੈਣ ਵਿੱਚ ਆਨੰਦ ਆਉਂਦਾ ਹੈ। ਸਿਰਫ ਨਾਮ ਦੇ ਕਾਰਨ ਹੀ ਕਿਸੇ ਮਨੁੱਖ ਦੇ ਦਿਲ ਵਿੱਚ ਉਹਦੇ ਲਈ ਪ੍ਰੇਮ ਪੈਦਾ ਨਹੀਂ ਹੁੰਦਾ, ਸਗੋਂ ਉਹਦੀ ਨੇਕੀ ਅਤੇ ਗੁਣਾਂ ਨੂੰ ਦੇਖ ਕੇ ਉਸ ਦਾ ਨਾਮ ਵੀ ਮਿੱਠਾ ਅਤੇ ਪਿਆਰਾ ਲੱਗਣ ਲੱਗਦਾ ਹੈ। ਈਸ਼ਵਰ ਦੇ ਬਾਰੇ ਵਿੱਚ ਪਹਿਲਾਂ ਪਛਾਣ ਅਤੇ ਪ੍ਰੇਮ ਦੀ ਜ਼ਰੂਰਤ ਹੈ, ਫਿਰ ਉਸ ਦਾ ਨਾਮ ਵੀ ਮਿਠਾਸ ਦੇ ਸਮਾਨ ਹੋ ਜਾਂਦਾ ਹੈ। ਜਿਵੇਂ ਭੁੱਖ ਤੋਂ ਬਾਅਦ ਹੀ ਖਾਣ ਦਾ ਮਜ਼ਾ ਆਉਂਦਾ ਹੈ, ਅਤੇ ਪਹਿਲਾਂ ਹੀ ਠੋਸ ਕੇ ਭਰਿਆ ਢਿੱਡ, ਫਿਰ ਸਵਾਦ ਕਾਹਦਾ ਹੋਣਾ? ਫਿਰ ਤਾਂ ਉਲਟੀਆਂ ਆਉਣਗੀਆਂ, ਜਾਂ ਢਿੱਡ ਦਰਦ ਹੋਊਗੀ, ਜਾਂ ਕੋਈ ਹੋਰ ਪੇਚਿਸ ਹੋਊਗੀ। ਅਤੇ ਜਿਹੜੇ ਭੁੱਖ ਲੱਗੀ ਹੋਵੇ, ਸੁੱਕੀਆਂ ਰੋਟੀਆਂ ਵੀ ਫਿਰ ਸਵਾਦ ਲੱਗਦੀਆਂ। ਸ਼੍ਰੀ ਗੀਤਾ ਵਿੱਚ ਮਨ ਨੂੰ ਭਗਵਾਨ ਵਿੱਚ ਲਗਾਉਣ ਦੇ 2 ਸਾਧਨ ਦੱਸੇ ਗਏ ਹਨ। ਬੈਰਾਗ ਵੇਸ਼ਿਆਂ ਦਾ ਤਿਆਗ, ਦੂਜਾ ਅਭਿਆਸ ਭਗਵਾਨ ਦਾ ਲਗਾਤਾਰ ਭਜਨ। ਜੇਕਰ ਮਨ ਲਗਾਤਾਰ ਭਗਵਾਨ ਵਿੱਚ ਨਾ ਲੱਗ ਸਕੇ ਤਾਂ ਉਸ ਦੇ ਨਾਮ ਦਾ ਜਪ ਜ਼ੁਬਾਨ ਜਾਂ ਸਾਹ ਨਾਲ ਜਾਰੀ ਰੱਖਣਾ ਚਾਹੀਦਾ ਹੈ। ਅਭਿਆਸ ਦੇ ਬਲ ਨਾਲ ਕੁਝ ਸਮੇਂ ਬਾਅਦ ਇਹ ਭਜਨ ਸਹਿਜ ਅਤੇ ਸੁਭਾਵਿਕ ਰੂਪ ਧਾਰਨ ਕਰ ਲਵੇਗਾ। ਫਿਰ ਜੀਵਨ ਦੇ ਸਭ ਕੰਮ ਭਜਨ ਰੂਪ ਹੋ ਜਾਣਗੇ। ਨੁਕਸਾ ਇਹ ਹੈ ਕਿ ਸਵਾਸ, ਹਰੀ ਨਾਮ ਅਤੇ ਮਨ, ਇਹਨਾਂ ਤਿੰਨਾਂ ਦੇ ਮੇਲ ਨਾਲ ਭਗਵਾਨ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਭਗਵਾਨ ਕਹਿੰਦੇ ਹਨ ਕਿ ਹੇ ਅਰਜਨ, ਜੋ ਪੁਰਖ ਮੇਰੇ ਵਿੱਚ ਅਨੰਨ ਚਿੱਤ ਹੋ ਕੇ ਮੇਰਾ ਸਿਮਰਨ ਕਰਦਾ ਹੈ, ਉਸ ਨਿਤ ਮੇਰੇ ਵਿੱਚ ਜੁੜੇ ਹੋਏ ਜੋਗੀ ਵਿੱਚ ਮੈਂ ਹਾਜ਼ਰ ਹਾਂ। ਭਜਨ ਕੇਵਲ ਭਗਵਤ ਪ੍ਰੇਮ ਪਾਉਣ ਦੇ ਲਈ ਹੀ ਨਹੀਂ, ਸਗੋਂ ਭਗਵਤ ਪ੍ਰਾਪਤੀ ਦੇ ਬਾਅਦ ਵੀ ਲਗਾਤਾਰ ਭਜਨ ਦੀ ਜ਼ਰੂਰਤ ਹੈ। ਭਗਤਾਂ ਲਈ ਭਜਨ ਦੀ ਤਾਰ ਕਦੇ ਟੁੱਟਦੀ ਹੀ ਨਹੀਂ। ਭਗਤ ਤਾਂ ਅੰਮ੍ਰਿਤ ਦੇ ਸਾਗਰ ਵਿੱਚ ਜਾ ਕੇ ਅੰਮ੍ਰਿਤ ਨਾ ਬਣ ਕੇ ਉਸ ਦੇ ਕੋਲ ਬੈਠ ਕੇ ਉਸ ਦੇ ਮਧੁਰ ਰਸ ਦਾ ਸਵਾਦ ਲੈਂਦੇ ਰਹਿਣ ਨੂੰ ਹੀ ਉੱਤਮ ਮੰਨਦਾ ਹੈ। ਤੀਜਾ, ਨਿਸ਼ਕਾਮ ਕਰਮ। ਅਸੀਂ ਜੋ ਵੀ ਕਰਮ ਕਰੀਏ ਉਸ ਦੇ ਫਲ ਦੀ ਇੱਛਾ ਨਾ ਕਰੀਏ। ਰੁੱਖ ਆਪ ਫਲ ਨਹੀਂ ਖਾਂਦੇ, ਨਦੀ ਆਪ ਪਾਣੀ ਨਹੀਂ ਪੀਂਦੀ, ਪਰ ਸਵਾਰਥ ਕਾਰਨੇ ਸੰਤਨ ਧਰਵ ਸਰੀਰ। ਅਤੇ ਸਾਧੂ ਦਾ ਜਿਹੜਾ ਸਰੀਰ ਹੈ ਉਹ ਵੀ ਪਰਉਪਕਾਰ ਲਈ ਹੈ। ਕੋਈ ਵੀ ਕੰਮ ਸਵਾਰਥ ਬੁੱਧੀ ਨਾਲ ਨਾ ਕੀਤਾ ਜਾਵੇ ਅਤੇ ਨਾ ਹੀ ਉਸ ਵਿੱਚ ਕਰਤਾਪਨ ਦਾ ਹੰਕਾਰ ਹੋਵੇ। ਨਿਸ਼ਕਾਮ ਕਰਮ ਭਗਤੀ ਦਾ ਸਰੋਤ ਹੈ। ਇਸ ਨਾਲ ਮਨ ਧੋ ਹੋ ਜਾਂਦਾ ਹੈ ਅਤੇ ਆਤਮ ਸ਼ੁੱਧੀ ਹੁੰਦੀ ਹੈ ਅਤੇ ਸਾਧਕ ਭਗਤੀ ਅਤੇ ਮੁਕਤੀ ਦਾ ਅਧਿਕਾਰੀ ਬਣ ਜਾਂਦਾ ਹੈ, ਕਿਉਂਕਿ ਚਿੱਤ ਦੀ ਸ਼ੁੱਧੀ ਨਾਲ ਸਾਧਕ ਗਿਆਨ ਦਾ ਅਧਿਕਾਰੀ ਬਣਦਾ ਹੈ।
ਅਤੇ ਗਿਆਨ ਪ੍ਰਾਪਤ ਹੋਣ ਨਾਲ ਮੋਕਸ਼ ਮਿਲਦਾ ਹੈ। ਇਹੀ ਸੱਚੀ ਪੂਜਾ ਹੈ। ਇਸੇ ਵਿੱਚ ਭਗਤੀ ਦਾ ਭੇਦ ਲੁਕਿਆ ਹੈ। ਅੱਗੇ ਹੁਣ ਗੁਰੂਕੁਲਾਂ ਹੁੰਦੀਆਂ ਸੀ ਸਾਡੇ ਦੇਸ਼ ਵਿੱਚ, ਉਹ ਸਾਧੂ ਬੜੇ ਰਿਸ਼ੀ ਵਿਦਵਾਨ ਹੁੰਦੇ ਸੀ, ਉਹਨਾਂ ਕੋਲੋਂ ਸਾਰੇ ਗਿਆਨ ਧਿਆਨ ਮਿਲ ਜਾਂਦੇ ਸੀ। ਅਤੇ ਹੁਣ ਆ ਵੱਖ-ਵੱਖ ਸਕੂਲ, ਕਾਲਜ, ਯੂਨੀਵਰਸਿਟੀਆਂ ਆ, ਅਤੇ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਦੇਖ ਲਓ, ਹਾਂਜੀ, ਬੱਚਿਆਂ ਦੇ ਅੰਦਰ ਸ਼ਰਧਾ, ਭਗਤੀ, ਪ੍ਰੇਮ, ਸਤਿਕਾਰ ਵਾਲੀ ਭਾਵਨਾ ਨਹੀਂ ਪੈਦਾ ਹੋ ਰਹੀ ਹੈ। ਕੋਈ ਇਹ ਸਿੱਖਿਆ ਹੀ ਨਹੀਂ। ਉੱਥੇ ਸਾਰੇ ਗਿਆਨ ਉਹਨਾਂ ਤੋਂ ਮਿਲਦੇ ਸੀ। ਉਹ ਫਿਰ ਦੂਜੀਆਂ ਹਕੂਮਤਾਂ ਆ ਗਈਆਂ, ਇਹਨੀ ਬਹੁਤ ਸਾਧੂ ਮਾਰਤੇ, ਜਿਹੜੇ ਬੜੇ ਬੜੇ ਪੁਸਤਕਾਲੇ ਸੀ ਸਾੜ ਕੇ ਸੁਆਹ ਕਰ ਦਿੱਤੇ। ਫਿਰ ਉਹ ਜਿਹੜੇ ਸਾਧੂ ਸੀ ਵੀ ਸਾਡਾ ਤਾਂ ਸਾਰਾ ਹੀ ਲਿਟਰੇਚਰ ਖਤਮ ਕਰਤਾ। ਇਹ ਫਿਰ ਜੰਗਲਾਂ 'ਚ ਇਕੱਠੇ ਹੋਏ। ਫਿਰ ਉਹ ਕਹਿਣ ਲੱਗੇ ਹੁਣ ਕਿਵੇਂ ਹੋਵੇ। ਉਹ ਫਿਰ ਇੱਕ ਸੰਤ ਸੀ, ਉਹ ਕਹਿੰਦਾ ਜਿੰਨੀਆਂ ਸਾਰੀਆਂ ਲਾਇਬ੍ਰੇਰੀਆਂ ਮੇਰੇ ਪੇਟ 'ਚ ਹੀ ਹੈ। ਅਤੇ ਕਹਿੰਦਾ ਮੈਂ 3 ਵਾਰੀ ਬੋਲੂੰਗਾ, ਜਿਹੜਾ 1 ਵਾਰੀ ਚੇਤੇ ਹੋ ਜਾਏ, 2 ਵਾਰੀ, ਤੀਜੀ ਵਾਰੀ। ਤਾਂ ਉਹਨੇ ਫਿਰ ਮੁੜ ਕੇ ਉਹ ਸਾਰਾ ਜਿਹੜਾ ਗਿਆਨ ਸੀ ਜਿਹੜਾ ਪ੍ਰਗਟ ਕੀਤਾ, ਕਿਉਂਕਿ ਜਿੰਨੇ ਗ੍ਰੰਥ ਹੈਗੇ ਆ ਸਾਰੇ ਸੰਤਾਂ ਤੋਂ ਹੀ ਬਣੇ। ਅੱਜ ਉਹਨਾਂ ਦੇ ਅਨੁਵਾਦ ਆਪੋ ਆਪਣੀਆਂ ਬੋਲੀਆਂ 'ਚ ਕਰਾ ਕੇ ਆਪਣੇ ਠੱਪੇ ਲਾਈ ਜਾਂਦੇ ਆ। ਸਾਰਾ ਜੋਤਿਸ਼ ਲੈ ਲਓ, ਵੈਦਿਕ ਲੈ ਲਓ, ਦਵਾਈ ਬੂਟੀ, ਕੋਈ ਜੜੀ ਬੂਟੀ ਬੋਲਦੀ ਥੋੜ੍ਹੀ ਆ ਮੇਰੇ ਚਾਹ ਗਾਉਣੇ। ਉਹ ਸਾਰੇ ਸੰਤਾਂ ਨੇ ਲਿਖਿਆ ਕਿ ਨਾ ਚਾਹ ਬੂਟੀਆਂ ਚਾਹ ਗਾਉਣੇ। ਉਹ ਰਿਸ਼ੀਆਂ ਤੋਂ ਦੇਖ ਲਓ ਸਾਰਾ ਗਿਆਨ ਮਿਲਦਾ ਸੀ। ਅਤੇ ਅੱਜ ਹੁਣ ਉਹ ਵੀ ਚੀਜ਼ ਮਿਟ ਗਈ। ਸਾਧੂ ਸੰਤਾਂ 'ਚ ਉਹ ਗਿਆਨ ਧਿਆਨ ਜਿਹੜਾ ਸੀ ਖਤਮ ਹੋ ਗਿਆ। ਹੁਣ ਬੜੇ ਬੜੇ ਡੇਰੇ ਬਣਾਉਣ ਦੀ ਇੱਛਾ ਹੋ ਗਈ, ਜਾਇਦਾਦਾਂ ਬਣਾਉਣ ਦੀ। ਉਦੋਂ ਝਗੜੇ ਫਸਾਦ ਸ਼ੁਰੂ ਹੋ ਗਏ। ਉਹ ਜਿਹੜੇ ਲੋਕ ਸੀ ਫਿਰ ਨਿਸ਼ਕਾਮ ਸੀਗੇ, ਭਜਨ ਕਰਦੇ ਸੀ, ਭਜਨ ਕਰਕੇ ਪਰਮਾਤਮਾ ਤੋਂ ਆਪਣਾ ਅਨੁਭਵੀ ਗਿਆਨ ਪ੍ਰਾਪਤ ਕਰਦੇ ਸੀ। ਉਸ ਨੂੰ ਫਿਰ ਉਹਨਾਂ ਨੇ ਵੰਡਦੇ ਸੀ। ਜਿਉਂ ਜਿਉਂ ਬੰਦੇ ਦੀ ਬੁੱਧੀ ਕਮਜ਼ੋਰ ਹੋਈ ਫਿਰ ਲਿਖਤ ਵਿੱਚ ਆਈਆਂ ਚੀਜ਼ਾਂ। ਹੁਣ ਗ੍ਰੰਥ ਲਿਖੇ ਪਏ ਆ, ਇਹਨਾਂ ਤੋਂ ਕੋਈ ਲਾਭ ਨਹੀਂ ਲੈਂਦਾ ਹੈ। ਉਵੇਂ ਕਹੀ ਜਾਂਦੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮੰਨਦੇ ਹਾਂ, ਅਤੇ ਜਿਹੜਾ ਮਹਾਰਾਜ ਨੇ ਕਿਹਾ ਉਹ ਨਹੀਂ ਮੰਨਦੇ। ਇਹ ਤਾਂ ਮੰਨ ਲਿਆ ਵੀ ਮਹਾਰਾਜ ਨੂੰ ਮੰਨਦੇ ਆ, ਵੀ ਮਹਾਰਾਜ ਵੀ ਮਨਾਉਣ ਨੂੰ ਕੋਈ ਕਹਿੰਦੇ ਹੋਣਗੇ, ਉਹ ਗੱਲ ਮੰਨਣ ਨੂੰ ਤਿਆਰ ਨਹੀਂ। ਚੌਥਾ ਵਿਸ਼ਵਾਸ। ਇਸ ਕਰਕੇ ਕਹਿੰਦੇ ਆ ਕਿ ਇਹਦੇ ਮਨ ਧੋ ਹੋ ਜਾਂਦਾ ਅਤੇ ਆਤਮਾ ਸ਼ੁੱਧੀ ਹੁੰਦੀ ਹੈ। ਸਾਧਕ ਭਗਤੀ ਅਤੇ ਮੁਕਤੀ ਦਾ ਅਧਿਕਾਰੀ ਬਣ ਜਾਂਦਾ ਹੈ, ਕਿਉਂਕਿ ਚੇਤੀ ਸ਼ੁੱਧੀ ਨਾਲ ਸਾਧਕ ਗਿਆਨ ਦਾ ਅਧਿਕਾਰੀ ਬਣਦਾ ਹੈ ਅਤੇ ਗਿਆਨ ਪ੍ਰਾਪਤ ਹੋਣ ਨਾਲ ਮੋਕਸ਼ ਮਿਲਦਾ ਹੈ। ਇਹੀ ਸੱਚੀ ਪੂਜਾ ਹੈ। ਇਸ ਵਿੱਚ ਭਗਤੀ ਦਾ ਭੇਦ ਲੁਕਿਆ ਹੈ। ਹੁਣ ਚੌਥਾ ਨੰਬਰ ਦੱਸਦੇ ਵਿਸ਼ਵਾਸ। ਭਗਤੀ ਦੀ ਨੀਂਹ ਹੈ ਵਿਸ਼ਵਾਸ। ਜਿਸ ਵਿਸ਼ਵਾਸ ਨੇ ਉੱਥੇ ਭਗਤੀ ਦਾ ਹੋਣਾ ਅਤੇ ਰਹਿਣਾ ਅਜਿਹਾ ਹੀ ਮੁਸ਼ਕਲ ਹੈ ਜਿਵੇਂ ਆਕਾਸ਼ ਵਿੱਚ ਬਾਗ ਦਾ ਫਲਣਾ ਫੁੱਲਣਾ। ਵੀ ਆਕਾਸ਼ ਵਿੱਚ ਕੋਈ ਜਾ ਕੇ ਫਲਵਾੜੀ ਲਾ ਲੈ। ਜਿੱਥੇ ਵਿਸ਼ਵਾਸ ਦੀ ਮਿੱਟੀ ਦ੍ਰਿੜ ਨਹੀਂ, ਉੱਥੇ ਭਗਤੀ ਦਾ ਰੁੱਖ ਹਵਾ ਦੇ ਬੁੱਲੇ ਨਾਲ ਹੀ ਡਿੱਗ ਜਾਣ ਦਾ ਡਰ ਬਣਿਆ ਰਹਿੰਦਾ ਹੈ। ਭਗਤ ਦੇ ਦਿਲ ਵਿੱਚ ਪਰਮਾਤਮਾ ਦੇ ਹੋਣ ਦਾ ਐਸਾ ਹੀ ਅਚਲ ਵਿਸ਼ਵਾਸ ਹੋਣਾ ਚਾਹੀਦਾ ਹੈ, ਜਿਵੇਂ ਕਿ ਉਸ ਨੂੰ ਆਪਣੀ ਹਸਤੀ ਹੋਂਦ ਦਾ ਵਿਸ਼ਵਾਸ ਹੈ। ਹੁਣ ਸ਼ਾਹ ਦੌਲਾ ਜਿਲੇ ਮਿਲਿਆ ਸੀ ਨਾ, ਉਹ ਗੁਰਸਿੱਖ ਸੀ ਮਹਾਰਾਜ ਦੇ ਗੜੀਆ ਜੀ, ਅਤੇ ਉਹ ਚਰਨਾਂ 'ਚ ਚਰਨ ਦਾ ਸੀ ਵੀ ਸਾਦੀਆਂ ਜਿਹੀਆਂ ਸੀ, ਬਸਤਰ ਵੀ। ਉਹ ਹਰ ਵੇਲੇ ਸੇਵਾ ਸਿਮਰਨ ਭਜਨ 'ਚ ਰਹਿੰਦੇ ਸੀ। ਅਤੇ ਸ਼ਾਹ ਦੌਲਾ ਕਹਿਣ ਲੱਗਾ ਵੀ ਤੂੰ ਐਡੇ ਗੁਰੂ ਸਾਹਿਬ ਦਾ ਸੇਵਕ ਆ, ਤੇਰੀ ਇਹੋ ਹਾਲਤ ਆ, ਵੀ ਜੇ ਤੂੰ ਇੱਧਰ ਆਵੇਂ ਤੈਨੂੰ ਰਿੱਧੀਆਂ ਸਿੱਧੀਆਂ ਬਥੇਰੇ ਸਬਜ਼ ਬਾਗ ਦਿਖਾਏ। ਉਹ ਫਿਰ ਕਹਿੰਦੇ ਅੱਛਾ। ਉਹਨਾਂ ਨੇ ਫਿਰ ਪਹਾੜ ਵੱਲ ਦ੍ਰਿਸ਼ਟੀ ਕੀਤੀ, ਸਾਰਾ ਸੋਨੇ ਦਾ ਬਣਾ ਕੇ ਦਿਖਾ ਦਿੱਤਾ। ਫਿਰ ਚਰਨ ਡਿੱਗ ਪਿਆ। ਕਹਿੰਦੇ ਇੰਨੀ ਤਾਕਤ ਹੋ ਗਈ ਤੂੰ ਆਪਣਾ ਪਿਛ ਪਾਈ ਬੈਠਾ, ਇਹ ਕਿੱਥੋਂ ਲਈ? ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਕੋਲ। ਫਿਰ ਸ਼ਾਹ ਦੌਲਾ ਮਹਾਰਾਜ ਦਾ ਸੇਵਕ ਬਣਿਆ ਸੀ। ਇਸ ਕਰਕੇ ਆਪਣੇ ਗੁਰੂ ਦੇ ਉੱਤੇ ਇੰਨਾ ਦ੍ਰਿੜ ਵਿਸ਼ਵਾਸ ਹੈ ਹੋਣਾ ਚਾਹੀਦਾ। ਐਸਾ ਹੀ ਅਚਲ ਵਿਸ਼ਵਾਸ ਹੋਣਾ ਚਾਹੀਦਾ ਹੈ ਜਿਵੇਂ ਕਿ ਉਸ ਨੂੰ ਆਪਣੀ ਹਸਤੀ ਹੋਣ ਦਾ ਵਿਸ਼ਵਾਸ ਹੈ। ਜਿਸ ਤਰ੍ਹਾਂ ਮਿੱਟੀ ਤੋਂ ਬਿਨਾਂ ਮਕਾਨ ਨਹੀਂ ਬਣ ਸਕਦਾ, ਇਸ ਤਰ੍ਹਾਂ ਵਿਸ਼ਵਾਸ ਦੇ ਬਿਨਾਂ ਭਗਤੀ ਨਹੀਂ ਹੋ ਸਕਦੀ। ਜਿਸ ਦੇ ਦਿਲ ਵਿੱਚ ਪਰਮਾਤਮਾ ਦੀ ਮੌਜੂਦਗੀ ਦਾ ਵਿਸ਼ਵਾਸ ਹੈ, ਉਹਦੇ ਦਿਲ ਵਿੱਚ ਹੀ ਭਗਤੀ ਪੈਦਾ ਹੋ ਸਕਦੀ ਹੈ। ਇਸ ਲਈ ਭਗਤੀ ਦਾ ਮੂਲ ਹੈ ਭਗਵਾਨ ਦੀ ਹਸਤੀ ਵਿੱਚ ਵਿਸ਼ਵਾਸ। ਜਦੋਂ ਤੱਕ ਭਗਵਾਨ ਦੇ ਹੋਣ ਦਾ ਗਿਆਨ ਨਾ ਹੋਵੇ, ਤਦ ਤੱਕ ਭਗਤੀ ਨਹੀਂ ਹੋ ਸਕਦੀ। ਇਸ ਲਈ ਇਹ ਕਹਿਣਾ ਬਿਲਕੁਲ ਠੀਕ ਹੈ, ਭਗਤੀ ਵਿੱਚ ਗਿਆਨ ਅਤੇ ਕਰਮ ਦੋਨਾਂ ਦਾ ਮਿਲਾਪ ਹੈ। ਇਹ ਭਗਤੀ ਦਾ ਪਰਮ ਤੱਤ ਹੈ। ਇਸ ਲਈ ਜਦ ਅਸੀਂ ਆਪਣੀ ਵਿਸ਼ਵਾਸ ਦੀ ਧਰਤੀ ਨੂੰ ਗਿਆਨ ਦੇ ਉਜਾਲੇ ਵਿੱਚ ਦੇਖ ਲੈਂਦੇ ਹਾਂ, ਤਾਂ ਫਿਰ ਨਿਰਭੈ ਹੋ ਕੇ ਉਸ ਭਗਤੀ ਦਾ ਵਿਸ਼ਾਲ ਬਾਗ ਲਾ ਸਕਦੇ ਹਾਂ। ਨੰਬਰ 5 ਸਤਸੰਗ।
ਭਗਵਤ ਗੁਣ ਗਾਨ ਕਰਨਾ ਤੇ ਸੁਣਨਾ ਵੀ ਭਗਤੀ ਦਾ ਸਾਧਨ ਹੈ। ਜੋ ਗੱਲ ਜ਼ੁਬਾਨ ਤੇ ਹੋਵੇਗੀ ਅਤੇ ਕੰਨ ਤੋਂ ਬਾਰ-ਬਾਰ ਜਿਸ ਗੱਲ ਨੂੰ ਸੁਣਿਆ ਜਾਵੇਗਾ, ਮਨ ਵਿੱਚ ਉਹਦਾ ਖਿਆਲ ਰਹੇਗਾ ਅਤੇ ਬਾਕੀ ਇੰਦਰੀਆਂ ਵੀ ਮਨ ਦੇ ਪਿੱਛੇ ਉਸ ਗੱਲ ਵੱਲ ਜਾਣਗੀਆਂ। ਅਤੇ ਵਿਸ਼ੇਸ਼ ਕਰਕੇ ਜਦੋਂ ਸ਼ਰਧਾ ਅਤੇ ਭਗਤੀ ਦੇ ਨਾਲ ਨਾਮ ਉਚਾਰਨ ਕੀਤਾ ਜਾਵੇ ਅਤੇ ਹਰੀ ਦੇ ਗੁਣ ਗਾਨ ਕੀਤਾ ਜਾਵੇ, ਉਹਦੇ ਪ੍ਰਭਾਵ ਦਾ ਤਾਂ ਟਿਕਾਣਾ ਹੀ ਨਹੀਂ। ਕਹਿੰਦੇ ਹਨ, ਬੇਵਸ਼ ਬੇਇਖਤਿਆਰ ਜਾਸ ਨਾਮ ਹਰ ਕਹੇ, ਜਨਮ ਅਨੇਕ ਅਗ ਪਾਪ ਦਹੇ, ਸਾਦਰ ਸਿਮਰਨ ਜੇ ਨਰ ਕਰਹੀ, ਭਵ ਬਾਰ ਦੀ ਸੰਸਾਰ ਸਾ ਗੋਪਦ ਪਰ ਤਰੇ। ਜਿਵੇਂ ਗਾਂ ਦੇ ਖੁਰ ਦੇ ਵਿੱਚ ਪਾਣੀ ਹੋਵੇ, ਟੱਪਣ ਲੱਗਿਆ ਕੋਈ ਕਲੇਸ਼ ਨਹੀਂ ਨਾ, ਇਉਂ ਨਿਕਲ ਜਾਂਦਾ। ਜੇਕਰ ਬੇਇਖਤਿਆਰ ਵੀ ਹਰੀ ਦਾ ਨਾਮ ਜ਼ੁਬਾਨ ਤੋਂ ਨਿਕਲੇ ਤਾਂ ਵੀ ਅਨੇਕ ਜਨਮਾਂ ਦੇ ਪਾਪ ਨਸ਼ਟ ਕਰ ਦਿੰਦਾ। ਸੂਤੇ ਸਿੱਧ ਵੀ ਇਹਦੇ 'ਚ ਇੰਨੀ ਤਾਕਤ ਹੈ। ਪਰ ਜੇਕਰ ਆਦਰ ਦੇ ਨਾਲ ਨਾਮ ਜਪਿਆ ਜਾਵੇ ਤਾਂ ਸੰਸਾਰ ਸਾਗਰ ਤੋਂ ਪਾਰ ਹੋਣਾ ਅਜਿਹਾ ਹੀ ਆਸਾਨ ਹੈ ਜਿਵੇਂ ਇੱਕ ਗੋਪਦ। ਹਾਂਜੀ। 6ਵਾਂ ਸਵੈ ਅਧਿਆਨ। ਸਦ ਗ੍ਰੰਥਾਂ ਦੇ ਪੜ੍ਹਨ ਮਨ ਵਿੱਚ ਭਗਤ ਦੇ ਭਾਵ ਜਾਗਰਤ ਹੁੰਦੇ ਆ। ਚੰਗੇ ਗ੍ਰੰਥ ਪੜ੍ਹਨਾ ਰੁਚੀ ਪੈਦਾ ਹੁੰਦੀ। ਭਗਤਾਂ ਅਤੇ ਸੰਤਾਂ ਦੀਆਂ ਕਥਾਵਾਂ ਪੜ੍ਹਨ ਨਾਲ ਸਾਡੇ ਮਨ ਵਿੱਚ ਵੀ ਭਗਵਾਨ ਦਾ ਪ੍ਰੇਮ ਪੈਦਾ ਹੁੰਦਾ ਹੈ। 7ਵਾਂ ਪਰਮਾਤਮਾ ਨਾਲ ਪ੍ਰੇਮ ਦਾ ਨਾਮ ਭਗਤੀ ਹੈ। ਪ੍ਰੇਮ ਦੇ 4 ਥੰਮ ਹਨ। ਨਿਸ਼ਕਾਮ ਭਾਵ, ਅਰਥਾਤ ਜਿੱਥੇ ਪ੍ਰੇਮ ਹੈ ਉੱਥੇ ਹਿਸਾਬ ਕਿਤਾਬ ਨਹੀਂ। ਦੂਜਾ ਨਿਰਭੈਤਾ ਭਾਵ, ਜਿੱਥੇ ਪ੍ਰੇਮ ਹੈ ਉੱਥੇ ਡਰ ਜਾਂ ਭੈ ਨਹੀਂ। ਤੀਜਾ ਸਮਾਨਤਾ ਭਾਵ, ਸਮਭਾਵ, ਹਰ ਨਾਲ ਇੱਕੋ ਜਿਹਾ ਰਹਿਣਾ। ਚੌਥਾ ਏਕਤਾ ਭਾਵ, ਦੂਜੇ ਦਾ ਭਾਨ ਨਾ ਹੋਣਾ, ਦਵੈਸ਼ ਵਾਲੀ ਗੱਲ ਹੀ ਨਾ ਪੈਦਾ ਹੋਣੀ। 8ਵਾਂ ਸੇਵਾ, ਦੂਸਰੇ ਦੀ ਸੇਵਾ ਕਰਨਾ ਭਗਤੀ ਦੇ ਇੱਕ ਅੰਗ ਹੈ। ਜਿਸ ਪੁਰਸ਼ ਦੇ ਅੰਦਰ ਸੇਵਾ ਭਾਵ ਨਹੀਂ, ਉਹ ਪਰਮਾਤਮਾ ਦਾ ਭਗਤ ਨਹੀਂ ਬਣ ਸਕਦਾ ਅਤੇ ਨਾ ਹੀ ਪਰਮਾਤਮਾ ਉਹਦੀ ਪੂਜਾ ਸਵੀਕਾਰ ਹੀ ਕਰਦਾ ਹੈ। ਤੇ 9ਵਾਂ ਦ੍ਰਿੜਤਾ ਜਾਂ ਧੀਰਜ। ਹਾਂਜੀ। ਉਰਦੂ ਵਾਲੇ ਕਹਿੰਦੇ, ਇਸ ਕਲਾਲ ਅਸੀਂ ਈਸ਼ਵਰ ਦੀ ਭਗਤੀ ਕਰਦੇ ਹੋਏ ਘਬਰਾ ਜਾਂਦੇ ਹਾਂ ਅਤੇ ਕਹਿੰਦੇ ਹਾਂ ਕਿ ਸਾਡਾ ਮਨ ਨਹੀਂ ਲੱਗਦਾ। ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਹਰ ਇੱਕ ਕੰਮ ਨੂੰ ਪੂਰਾ ਕਰਨ ਦੇ ਲਈ ਧੀਰਜ ਦੀ ਲੋੜ ਹੈ। ਕੋਈ ਵੀ ਕੰਮ ਬਿਨਾਂ ਲਗਾਤਾਰ ਮਿਹਨਤ ਅਤੇ ਯਤਨ ਦੇ ਪੂਰਾ ਨਹੀਂ ਹੋ ਸਕਦਾ। MA ਪਾਸ ਕਰਨ ਦੇ ਲਈ 16 ਸਾਲ ਲਗਾਤਾਰ ਧੀਰਜ ਨਾਲ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਸਫਲਤਾ ਦਾ ਮੂੰਹ ਦੇਖਣਾ ਹੁੰਦਾ ਹੈ। ਪਰ ਅਸੀਂ ਈਸ਼ਵਰ ਦੀ ਭਗਤੀ 'ਚ 1 ਘੰਟੇ ਚਾਹੁੰਦੇ ਹਾਂ ਕਿ ਸਾਡਾ ਮਨ ਲੱਗ ਜਾਏ। ਇੱਥੇ ਵੀ ਧੀਰਜ ਦੀ ਲੋੜ ਹੈ। ਧੀਰਜ ਨਾਲ ਲਗਾਤਾਰ ਯਤਨ ਕਰਨ ਨਾਲ ਹੀ ਅਸੀਂ ਮਨ ਨੂੰ ਬਸ ਵਿੱਚ ਕਰ ਸਕਦੇ ਹਾਂ ਅਤੇ ਸਫਲ ਹੋ ਸਕਦੇ ਹਾਂ। 10ਵਾਂ ਭਗਵਤ ਅਤੇ ਮਹਾਂਪੁਰਖਾਂ ਦੀ ਕਿਰਪਾ। ਮਹਾਂਪੁਰਸ਼ਾਂ ਦੀ ਸੰਗਤ ਨਾਲ ਸਿਰਫ ਅੰਤःਕਰਨ ਦੀ ਸ਼ੁੱਧੀ ਨਹੀਂ ਹੁੰਦੀ, ਸਗੋਂ ਗਿਆਨ ਦਾ ਉਜਾਲਾ ਹੋ ਕੇ ਦਿਲ ਵਿੱਚ ਪ੍ਰੇਮ ਅੰਮ੍ਰਿਤ ਛਲਕਣ ਲੱਗਦਾ ਹੈ। ਸਤਸੰਗ ਦਾ ਪ੍ਰਭਾਵ ਅਟੱਲ ਹੈ। ਮਹਾਂਪੁਰਖਾਂ ਦੀ ਕਿਰਪਾ ਨਾਲ ਜਾਂ ਭਗਵਤ ਕਿਰਪਾ ਨਾਲ ਹੀ ਭਗਤੀ ਦਾ ਸਾਧਨ ਹੁੰਦਾ ਹੈ। ਮਹਾਂਪੁਰਖਾਂ ਦੀ ਸੇਵਾ ਵਿੱਚ ਰਹਿਣ ਨਾਲ ਹਰ ਸਮੇਂ ਅੱਖ ਅਤੇ ਕੰਨ 'ਤੇ ਅਜਿਹਾ ਪ੍ਰਭਾਵ ਪੈਂਦਾ ਹੈ ਕਿ ਮਨ ਬਿਨਾਂ ਯਤਨ ਦੇ ਆਪਣੇ ਆਪ ਹੀ ਭਗਵਾਨ ਦੇ ਸਿਮਰਨ ਵਿੱਚ ਲੱਗਾ ਰਹਿੰਦਾ ਹੈ। ਸ਼ਮਸ ਤਬਰੇਜੀ ਕਹਿੰਦੇ ਹਨ ਕਿ ਭਗਵਤ ਕਿਰਪਾ ਇੱਕ ਬੁੱਧੀ ਤੋਂ ਪਰੇ ਲੌਜੀਕਲ ਦੀ ਸੱਚਾਈ ਹੈ, ਕਿਉਂਕਿ ਬੁੱਧੀ ਕਾਨੂੰਨ ਤੋਂ ਪਰੇ ਨਹੀਂ ਜਾ ਸਕਦੀ। ਪਰ ਅਨੁਭਵ ਤਜਰਬਾ ਇਸ ਨੂੰ ਸੱਚ ਸਿੱਧ ਕਰਦਾ ਹੈ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ। ਮਹਾਂਪੁਰਖਾਂ ਦਾ ਸੰਗ ਵੀ ਭਗਵਤ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਭਗਵਤ ਕਿਰਪਾ 2 ਤਰ੍ਹਾਂ ਦੀ ਹੁੰਦੀ ਹੈ। ਨੰਬਰ 10, 1 ਪ੍ਰਤੱਖ ਜਾਂ ਸਿੱਧੀ। ਸਾਧਕ ਭਗਵਾਨ ਦੀ ਕਿਰਪਾ ਨਾਲ ਬਿਨਾਂ ਸਤਸੰਗ ਦੇ ਹੀ ਪ੍ਰੇਮ ਧਨ ਨਾਲ ਮਾਲੋ ਮਾਲ ਹੋ ਜਾਂਦਾ ਹੈ। 10 ਤੇ 2 ਅਪ੍ਰਤੱਖ। ਮਹਾਂਪੁਰਖਾਂ ਦੇ ਦੁਆਰਾ ਪ੍ਰੇਮ ਪਦਾਰਥ ਹੱਥ ਲੱਗਦਾ ਹੈ, ਪਰ ਇਹਦੀ ਜੜ ਵਿੱਚ ਵੀ ਭਗਵਤ ਕਿਰਪਾ ਹੀ ਹੁੰਦੀ ਹੈ। ਭਾਵ ਸੰਤ ਜਨਾਂ ਦੇ ਰਾਹ 'ਤੇ ਚੱਲਣ ਨਾਲ ਭਗਵਤ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਭਗਵਤ ਕਿਰਪਾ ਨਾਲ ਹੀ ਮਹਾਂਪੁਰਖਾਂ ਦਾ ਸੰਗ ਪ੍ਰਾਪਤ ਹੁੰਦਾ ਹੈ। ਇਸ ਲਈ ਕਹਿੰਦੇ ਹਨ, ਬਿਨ ਹਰ ਕਿਰਪਾ ਮਿਲੇ ਨਾ ਸੰਤਾ। ਉਹਦੀ ਕਿਰਪਾ ਬਿਨਾਂ ਸੰਤਾਂ ਦੀ ਸੰਗਤ ਵੀ ਨਹੀਂ ਮਿਲਦੀ। ਭਗਵਾਨ ਅਤੇ ਸੰਤ ਵਿੱਚ ਕੋਈ ਭੇਦ ਨਹੀਂ ਹੈ। ਭਗਤ ਭਗਵਾਨ ਦੇ ਹਿਰਦੇ ਵਿੱਚ ਹੈ ਅਤੇ ਭਗਵਾਨ ਭਗਤ ਦੇ ਦਿਲ ਵਿੱਚ ਰਹਿੰਦੇ ਹਨ। ਭਗਵਾਨ ਜਲ ਹੈ ਅਤੇ ਸੰਤ ਜਲ ਦੀ ਤਰੰਗ। ਇਸ ਲਈ ਸੰਤ ਦਰਸ਼ਨ ਹਰੀ ਦਰਸ਼ਨ ਹੈ। ਹਰ ਕਾ ਸੇਵਕ ਸੋ ਹਰ ਜਿਹਾ। ਸਤਸੰਗ ਦੇ ਬਿਨਾਂ ਭਗਵਤ ਪ੍ਰੇਮ ਦਾ ਭੇਦ ਹੱਥ ਨਹੀਂ ਆਉਂਦਾ। ਚੰਦਨ ਦੇ ਕੋਲ ਜੋ ਢੱਕ ਪਲਾਸ ਦੇ ਰੁੱਖ ਹੁੰਦੇ ਹਨ, ਉਹ ਵੀ ਉਹਦੀ ਸੁਗੰਧੀ ਨਾਲ ਚੰਦਨ ਬਣ ਜਾਂਦੇ ਹਨ। ਸੰਤਾਂ ਦੇ ਪਵਿੱਤਰ ਦਰਸ਼ਨ, ਸਪਰਸ਼ ਅਤੇ ਭਾਸ਼ਣ ਦੀ ਕੀਮਿਆਈ ਰਸਾਇਣਿਕ ਤਸੀਰ ਪ੍ਰਭਾਵ ਹੁੰਦੀ ਹੈ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਓ। 11ਵਾਂ ਸ਼ਰਨਾਗਤੀ ਜਾਂ ਨਿਰਭੈਤਾ ਨਿਰਭਰਤਾ। ਜਿਸ ਤਰ੍ਹਾਂ ਇੱਕ ਛੋਟੇ ਬੱਚੇ ਨੂੰ ਆਪਣੀ ਮਾਤਾ ਦਾ ਭਰੋਸਾ ਹੁੰਦਾ ਹੈ, ਉਸੇ ਤਰ੍ਹਾਂ ਪਰਮਾਤਮਾ 'ਤੇ ਅਟੱਲ ਭਰੋਸਾ ਰੱਖੋ। ਬੱਚਾ ਆਪਣੀ ਮਾਤਾ 'ਤੇ ਨਿਰਭਰ ਹੁੰਦਾ ਹੈ। ਉਹ ਅੱਜ ਅਤੇ ਕੱਲ੍ਹ ਦੋਨਾਂ ਦੇ ਲਈ ਬੇਫਿਕਰ ਰਹਿ ਕੇ ਉਸ ਦੀ ਸੁਰੱਖਿਅਤ ਗੋਦ ਵਿੱਚ ਖੇਲਦਾ ਅਤੇ ਸੌਂਦਾ ਹੈ, ਅਤੇ ਡਰ ਦੇ ਸਮੇਂ ਮਾਤਾ ਨੂੰ ਆਪਣਾ ਅਚਲ ਆਸਰਾ ਜਾਣਦਾ ਹੈ। ਇਸੇ ਤਰ੍ਹਾਂ ਉਹ ਦਿਲ ਜਿਸ ਵਿੱਚ ਭਗਤੀ ਦਾ ਬੀਜ ਉੱਗ ਸਕਦਾ ਹੈ, ਪਰਮਾਤਮਾ ਦੇ ਭਰੋਸੇ 'ਤੇ ਸਦਾ ਬੇਫਿਕਰ ਰਹਿੰਦਾ ਹੈ, ਅਤੇ ਹਰ ਦੁੱਖ ਵਿੱਚ ਪ੍ਰਭੂ ਸ਼ਰਨ ਨੂੰ ਹੀ ਆਪਣੀ ਇੱਕਮਾਤਰ ਸ਼ਕਤੀ ਜਾਣਦਾ ਹੈ। ਭਗਤੀ ਅਨੰਨ ਭਾਵ ਚਾਹੁੰਦੀ ਹੈ। ਭਗਤ ਤਾਂ ਕੇਵਲ ਇੱਕ ਪ੍ਰਭੂ ਦਾ ਹੀ ਆਸ ਸਹਾਰਾ ਜਾਣਦਾ ਹੈ। ਉਹ ਆਪਣੇ ਯੋਗ ਖੇਮ ਦਾ ਸਭ ਖਿਆਲ ਛੱਡ ਕੇ ਉਹਦਾ ਸਾਰਾ ਭਾਰ ਪ੍ਰਭੂ ਦੇ ਮੋਢਿਆਂ 'ਤੇ ਪਾ ਦਿੰਦਾ ਹੈ। ਯੋਗ ਖੇਮ ਸੰਸਾਰੀ ਪਹਿਲੂ ਹੀ ਨਹੀਂ ਰੱਖਦਾ, ਸਗੋਂ ਅਧਿਆਤਮਿਕ ਪਹਿਲੂ ਵੀ ਰੱਖਦਾ ਹੈ। ਯੋਗ ਦੇ ਅਰਥ ਉਹ ਸਾਧਨ ਜਿਸ ਨਾਲ ਆਤਮਾ ਦੇ ਦਰਸ਼ਨ ਹੋਵੇ, ਅਤੇ ਖੇਮ ਦਾ ਅਰਥ ਹੈ ਆਤਮ ਮਾਰਗ 'ਤੇ ਆਪਣੀ ਉੱਨਤੀ ਨੂੰ ਜਾਰੀ ਰੱਖਣਾ। ਭਗਵਾਨ ਭਗਤ ਦੇ ਪਾਲਣ ਪੋਸ਼ਣ ਦਾ ਹੀ ਭਾਰ ਆਪਣੇ ਉੱਪਰ ਨਹੀਂ ਲੈਂਦੇ, ਸਗੋਂ ਭਗਤੀ ਮਾਰਗ ਦੇ ਸਾਧਨ ਵਿੱਚ ਉਸ ਦੀਆਂ ਕਮੀਆਂ ਨੂੰ ਵੀ ਦੂਰ ਕਰਦੇ ਹਨ, ਅਤੇ ਉਸ ਨੂੰ ਡੇਗਣ ਤੋਂ ਬਚਾਉਂਦੇ ਹਨ, ਅਤੇ ਅੱਗੇ ਹੀ ਵਧਣ ਵਿੱਚ ਸਹਾਇਤਾ ਕਰਦੇ ਹਨ। ਇਸ ਲਈ ਭਗਤ ਤਾਂ ਕਿਸੇ ਤਰ੍ਹਾਂ ਵੀ ਯੋਗ ਖੇਮ ਦੀ ਚਿੰਤਾ ਨਹੀਂ ਕਰਦਾ। ਉਹ ਤਾਂ ਭਗਵਾਨ ਦੇ ਪ੍ਰੇਮ ਵਿੱਚ ਲੀਨ ਰਹਿੰਦਾ ਹੈ। ਪਰਮਾਤਮਾ ਜੋ ਸਾਰੇ ਸੰਸਾਰ ਨੂੰ ਰੋਜੀ ਦਿੰਦਾ ਹੈ, ਤਾਂ ਕਿ ਉਹ ਕਦੀ ਆਪਣੇ ਭਗਤ ਨੂੰ ਭੁੱਲ ਸਕਦਾ ਹੈ। ਸਭ ਕਰਮ ਪ੍ਰਭੂ ਨੂੰ ਅਰਪਣ ਕਰਕੇ ਉਹਨਾਂ ਦੀ ਹੀ ਸ਼ਰਨ ਹੋ ਜਾਣਾ, ਅਤੇ ਉਹਨਾਂ ਦੀ ਇੱਛਾ ਨੂੰ ਆਪਣੀ ਇੱਛਾ ਬਣਾ ਲੈਣਾ ਭਗਤੀ ਦਾ ਮੂਲ ਮੰਤਰ ਹੈ। ਹਰ ਤਰ੍ਹਾਂ ਨਾਲ ਕਿਸੇ ਦੇ ਹੋ ਕੇ ਰਹਾਂਗੇ ਤਾਂ ਪ੍ਰੇਮ ਦਾ ਅਸਲੀ ਭੇਦ ਪਾ ਸਕਾਂਗੇ। ਕਹਿੰਦੇ ਹਨ, ਨਾ ਹਮ ਕੁਛ ਹੱਸ ਕੇ सीखे हैं, ना हम कुछ रो के सीखे हैं, हो कुछ थोड़ा सा सीखे हैं, किसी के हो के ही सीखे हैं। ਕਿਸੇ ਦੇ ਬਣਾਂਗੇ ਤੇ ਸਿੱਖਾਂਗੇ, ਜੇ ਕਿਸੇ ਦੇ ਬਣਨਾ ਹੀ ਨਹੀਂ ਤੇ ਸਿੱਖਣਾ ਕੀ। ਹੁਣ ਸਿੱਖ ਕਹਾਉਣੇ ਆ, ਕਿਸੇ ਦੇ ਬਣਨ ਨੂੰ ਤਿਆਰ ਨਹੀਂ ਹੈ। ਆਪੋ ਆਪਣੇ ਘੋੜੇ ਦੜਾਈ ਫਿਰਦੇ ਤੇ ਗੱਲਾਂ ਕਰਦੇ। ਜਿੱਦਣ ਆਨੰਦਪੁਰ ਸੀ 40 ਦਿਨ ਰਹਿ ਲਓ, 8 ਦਿਨ ਰਹਿ ਲਓ, 8 ਪੈਰ ਨਹੀਂ ਜੀ, ਨਹੀਂ ਜਾਣਾ ਹੀ ਜਾਣਾ। ਫਿਰ ਜਾ ਕੇ ਵੀ ਕੋਈ ਸੁੱਖ ਤਾਂ ਨਹੀਂ ਲਿਆ ਨਾ, ਕਲੇਸ਼ੇ ਗਾਂ ਤੇ ਗਾਂ ਆਏ। ਫਿਰ ਜਿਹੜੇ ਉੱਥੇ ਗਏ, ਚੱਲ ਡਲਿਆ ਤੈਨੂੰ ਦਿੱਲੀ ਦਾ ਰਾਜ ਦੇਈਏ। ਮਹਾਰਾਜ ਨੇ ਕੰਗਣ ਦਿੱਤੇ ਸੀ ਸ੍ਰੀ ਸਾਹਿਬ, ਅਤੇ ਮਹਾਰਾਜ ਬਰਾਜੇ ਉਹ ਤਾਂ ਸਦਾ ਜਾਗਦੇ। ਮੈਂ 4 ਪ੍ਰਕਾਰ ਨਹੀਂ ਕਰ ਸਕਿਆ, ਇੱਕੋ ਹੀ ਕਰਕੇ ਦੱਬਵੇਂ ਪੈਰਾਂ ਨਾ ਕੰਗਣ ਲਾ ਕੇ ਰੱਖਿਆ, ਕਿਰਪਾਨ ਨਾਲ ਨਿਕਲ ਗਿਆ। ਉਹ ਮੁਸਲਮਾਨ ਫਕੀਰ ਸੀ, ਫਿਰ ਡੱਲਾ ਅਤੇ ਮੱਲਾ ਦੋਵੇਂ ਭਰਾ। ਕਹਿੰਦੇ ਨਾ ਡੱਲਾ ਨਾ ਮੱਲਾ, ਗੁਰੂ ਹੈ ਇਕੱਲਾ, ਗੁਰੂ ਨਾ ਅੱਲਾ ਹੀ ਅੱਲਾ। ਮਹਾਰਾਜ ਕਹਿੰਦੇ ਗੁਰੂ ਨੇ ਇਕੱਲਾ, ਗੁਰੂ ਨਾ ਅੱਲਾ, ਉਹ ਤਾਂ ਪਰਮਾਤਮਾ ਸਦਾ ਹੀ। ਫਿਰ ਰਾਮ ਸਿੰਘ ਫਤਿਹ, ਨਹੀਂ ਮਹਾਰਾਜ ਘਰ ਦਾ ਨਹੀਂ ਸਰਦਾ, ਚਲੋ ਫਤਿਹ ਨੂੰ ਮੈਂ ਰਹਿਣਾ। ਉਹ ਚਲ ਗਿਆ। ਫਿਰ ਰਾਮ ਸੁਮੀ ਚੋਰੀ ਖਿਸ ਗਿਆ, ਅਤੇ ਮਹਾਰਾਜ ਕਹਿੰਦੇ ਵੀ ਜਾ ਕੇ ਨਾ ਸਾਡਾ ਨਾਂ ਲਕੀਰ ਕੱਢ ਦਿਓ। ਪਿਆ ਗੁਰੂ ਦੀ ਆਣ, ਉਹ ਵੀ ਟੱਪ ਗਿਆ। ਫਿਰ ਮਹਾਰਾਜ ਨੇ ਪਰਨਾ ਦਿੱਤਾ, ਪਿਆ ਗੁਰੂ ਦੀ ਦਸਤਾਰ ਆ, ਮੋਹਰੇ ਵਿਛਾ ਦਿਓ, ਚਲੇ ਜਾਊਗਾ, ਉਹ ਵੀ ਟੱਪ ਗਿਆ। ਫਿਰ ਮਹਾਰਾਜ ਕਹਿੰਦੇ ਹੁਣ ਕੰਧਾਂ 'ਚ ਸਿਰ ਮਾਰ ਮਾਰ ਕੇ ਮਰੂਗਾ। ਅਤੇ ਅੱਜ ਰੌਲਾ ਪਾਉਂਦੇ ਆ, ਅਤੇ ਜਿੱਦਣ ਦਿੰਦੇ ਸੀ ਉਦਣ ਲੈ ਨਹੀਂ ਸਕੇ। ਮਿਲਣਾ ਤਾਂ ਹੁਕਮ 'ਚ ਆ ਗਈ ਹੈ, ਜੋ ਕੁਝ ਮਿਲਣਾ, ਚਾਹੇ ਸੰਸਾਰ ਦਾ, ਚਾਹੇ ਕਰਤਾਰ ਦੇ ਵੱਲ। ਇਹ ਬਖਸ਼ਿਸ਼ ਬਿਨਾਂ ਤਾਂ ਕੁਛ ਵੀ ਨਹੀਂ, ਗੱਲਾਂ ਜਾਂ ਚਤਰਾਈਆਂ ਨਾਲ ਤਾਂ ਕੁਛ ਨਹੀਂ ਮਿਲਣਾ। ਇਸ ਵਾਸਤੇ ਦੱਸਦੇ ਹੈ, ਆਹ ਕਿਸੇ ਦੇ ਹੋ ਕੇ ਰਹਿਣ ਵਿੱਚ ਕਿੰਨਾ ਆਨੰਦ ਹੈ। ਆਪਣਾ ਸਾਰਾ ਬੋਝ ਕਿਸੇ ਦੇ ਉੱਪਰ ਪਾ ਦੇਣ ਵਿੱਚ ਕਿੰਨੀ ਬੇਫਿਕਰੀ ਹੈ। ਪਰ ਇਸ ਭੇਦ ਨੂੰ ਆਪਣੇ ਆਪ ਨੂੰ ਕਰਤਾ ਸਮਝਣਾ ਮਨੁੱਖ ਕਿਵੇਂ ਸਮਝ ਸਕਦਾ ਹੈ। ਜਿਸ ਨੂੰ ਆਪਣੇ ਹੱਥਾਂ ਨਾਲ ਕਮਾ ਕੇ ਖਾਣ ਦਾ ਹੰਕਾਰ ਹੈ, ਉਹ ਇਸ ਛੋਟੇ ਬੱਚੇ ਦੇ ਸੁੱਖ ਨੂੰ ਕੀ ਸਮਝ ਸਕਦਾ ਹੈ। ਜਿਸ ਨੂੰ ਦੁੱਖ ਸੁੱਖ ਭੁੱਖ ਪਿਆਸ ਵਿੱਚ ਇੱਕਮਾਤਰ ਮਾਤਾ ਦੀ ਕਿਰਪਾ ਦਾ ਭਰੋਸਾ, ਅਤੇ ਗੁਰੂ ਦੇ ਭਰੋਸਾ ਨਹੀਂ ਨਾ ਕਈਆਂ ਨੂੰ ਹੁੰਦਾ। ਅਸੀਂ ਜਾਵਾਂਗੇ ਹੁਣ ਬਲੈਤ ਜਾਵਾਂਗੇ, ਉੱਥੇ ਨੌਕਰੀ ਕਰਾਂਗੇ ਫੇਰ ਮਿਲੂਗਾ। ਅਤੇ ਗੁਰੂ ਘਰ ਦੇ ਭਰੋਸਾ ਨਹੀਂ। ਅਤੇ ਗੁਰੂ ਨਾਨਕ ਵੀ ਕੋਈ ਦਊਗਾ। ਅੱਗੇ ਵੀ ਕਈ ਵਾਰ ਬਚਨ ਸੁਣਾਇਆ ਮਹਾਰਾਜ ਜਥੇਦਾਰ ਨੂੰ, ਕਹਿੰਦੇ ਜਨਕ ਸਿੰਘ ਨੂੰ, ਕਹਿੰਦੇ ਜਥੇਦਾਰਾ
कोई रोटी कपड़े का है फिक्र? अगे नहीं। बिजली के बिलों का? अगे नहीं। कोई दवाई बूटी का? नहीं। कोई रहन बहन का? कहते नहीं। कहते असीं सतयुग लाया, तुसीं कलयुग ना बना लिओ लड़ घुल के। कहते यही सतयुग है, कोई फिक्र ही नहीं, सारा कुछ अपने ऑटोमैटिक ही हो रहा है। गुरु नानक दे घरों सारियां दातां मिलदियां, फिर भी सानूं यकीन नहीं है। बंदा बंदे दे मजबूरी च मंनदा भी उत्थों मिलूगा, तो जे गुरु नानक साहब के घर की जिहड़ी सेवा करदा, जिस तन को 4 कुंठ धावे सो तन हर सेवा ते पावे, इत्थे यकीन नहीं बचदा। हुण अब महाराज दे हजूरी बड़े बड़े सेवादार छड़ नौकरियां दौड़े जाते। पहले बहुत सिफारिशां करके श्रोमणी कमेटी नौकरियां लैंदे आ, फिर छड़ उधर दौड़े जाते, तो उत्थे जाके ना हजूरी रखते, नाल ना दरबार साहब का ही रखते आ, फिर दरबार साहब के नाम ना इत्थे ज़्यादा मिलेगा गफा। महाराज दे भरोसा नहीं है। हुण साडे भाई जी सी, तो मैं कहा भी इन्ना चिर गुरु नानक दी घर की सेवा की, लख तनख्वाह सी हैं, इत्थों इंग्लैंड, इत्थों कनेडा, हुण कहंदा अमरीका जाना, तो मैं कहा फिर अलास्का गां समुंदरी है, छाल मारी। जिहदा गुरु नानक दे घरों ढिड नहीं भरिया है, तो बंदियां तो भर जाऊगा, पर धार्मिक बंदियां दा भी यकीन नहीं बचदा। फिर महाराज दे उत्ते कोई भरोसा बन जाए, बंदा हिलिया फिरदा। सो इस वास्ते कहंदे जिवें माँ छोटे बच्चे का ख्याल आपे ही रखदी ना, इस तरह महाराज रखदे। जे बच्चे वाली बिरती बना लीए, हाँ जी, उसनूं अपने छोटे बच्चे का ख्याल रहिंदा है, क्योंकि इसकी सब चिंता माता नूं हुंदी है। इस तरह जे उसनूं केवल भगवान का ही भरोसा है, भगवान उसकी चिंता आप करते हैं, भगवान उसनूं मिलते हैं, जो अपनी बुद्धि बल धन का हंकार ना करके सदा उसकी किरपा का आसरा लैंदा है। 12वां भगती शास्त्र विच निराशा ही नास्तिक दा है, आसा बिना भगती जी नहीं सकती। जदों प्रेम की वरखा रुक जाण नाल विछोड़े की धुप दिल नूं सुकाउंदी है ते जलाउंदी है, उस समय आसा ही काम आउंदी है। आसा तां रूहानी मानसून है। जिस तरह मारूथल विच फल नहीं लगते, इस तरह निराशा चित्त विच भगती पैदा नहीं हुंदी। कहंदे हन निराशा मरे आसा जी, हुण तुमरी करो नित आस, प्रभ मोहे कब गल लावेंगे रहो। एक बार दे भगतां ने नारद जी नूं कहा कि भगवान तो पुछ के दसो कि सानूं भगवान दे दर्शन कदों होणगे। नारद जी ने भगवान नूं पुछ के एक भगत नूं कहा 3 जन्मां तो बाद भगवान आप नूं दर्शन देणगे। यह सुन के वह निराश हो गया, असीं उसने भगती छड्ड दित्ती। दूसरे नूं नारद जी ने दस्सिया कि जिस दरख्त के थले तुसीं बैठे हो, उस दरख्त के पत्तियां जिन्ने जन्मां तो बाद भगवान आप नूं दर्शन देणगे। ये सुनते हुए आसाबादी भगत खुशी में नचन लगा कि भगवान मिलणगे, तो सही ना तो नहीं की भगवान के मिलन की तरीक तो आप लै आए हो हैं। खुशी नाल नचने का झो डिग पिया, बेहोश हो गया। भगवान ने उसनूं उसे समय दर्शन दिते। एक पंजाबी दे कवि ने कहा है, जार होणगे मिलणगे आपे, दिल नूं ठिकाणे रखिए, हौंसला ना तोड़ बैठी, हाँ जी, बेड़ियां ना रोड़ बैठी, इश्क वाला दूर पिंडा कदम हिलाउंदा जाए। हाँ जी, इसलिए कहते निहारीए ना हिम्मत, बसारीए ना राम नाम। हाँ जी, तो इस करके ये जड़ियाँ चीज़ां हैगियां, इन्हां दा त्याग ना करिए। तो हुण अगला प्रसंग जड़ा वो अगले समय विच आपां करांगे। तो ये जिन्हां ने इस मार्ग ते तुरना, उन्हां वास्ते किनियां अमोलक ये सिੱਖਿਆ हैं महापुरखां दियां हैगियां। ये जड़ा ज्ञान है, ये कोई नवा ज्ञान नहीं, ये प्राचीन समय तो ही तुरिया आया है। ये जो लोप हो जाता, महापुरख आके उन्होंने फिर प्रगट कर देंगे। इस करके ये नवा ज्ञान नहीं कोई हुंदा है। ये सारी विचार उन्होंने महापुरुषों की अनादि काल तो चली आई है, चल रही है, चलती रहनी है। हैं जदों हिरदे मलीन होंदे लोप हो जाती है, फिर वो किसी न किसी रूप में कदे आप आ जाता, कदी अपने प्रेमियों नूं भेज दिंदा। उन्हां द्वारा ये गुप्त खजाने नूं फिर प्रगट करता है। वाहिगुरू जी का खालसा, वाहिगुरू जी की फतेह।